ਤੁਸੀਂ ਸੁਣ ਰਹੇ ਹੋ ਕਿਤਾਬ ਸੱਚ ਦੀ ਭਾਲ ਵਿੱਚ, ਜਿਸ ਦੇ ਲੇਖਕ ਹਨ ਡਾਕਟਰ ਦਲਜੀਤ ਸਿੰਘ। 20ਵੇਂ ਭਾਗ ਵਿੱਚ ਸੁਣੋ ਸ਼ਕਤੀ ਦੇ ਸੋਮੇ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗਾਂ ਜੁਗਾਂਤਰਾਂ ਤੋਂ ਹਰ ਜੀਵ ਜੰਤੂ ਨੂੰ ਕੁਦਰਤ ਦੇ ਬੇਅੰਤ ਪਸਾਰ ਅੰਦਰੋਂ ਆਪਣੀ ਖੁਰਾਕ ਲੱਭਣ ਲਈ ਖੇਚਲ ਕਰਨੀ ਪੈਂਦੀ ਸੀ। ਸ਼ਿਕਾਰ ਕਰਨ ਲਈ ਜਾਂ ਬਨਸਪਤੀ ਤੋੜ ਖਾਣ ਲਈ ਕੀੜਿਆਂ ਮਕੌੜਿਆਂ ਤੋਂ ਲੈ ਕੇ ਹਰ ਕਿਸਮ ਦੇ ਜਾਨਵਰਾਂ, ਇਨਸਾਨ ਸਮੇਤ ਨੇ ਜਲਦੀ ਹੀ ਬਲਕਿ ਸ਼ੁਰੂ ਤੋਂ ਹੀ ਰਲ ਕੇ ਸ਼ਿਕਾਰ ਕਰਨਾ ਅਤੇ ਰਲ ਕੇ ਹੀ ਟੱਬਰਾਂ ਨੂੰ ਬਚਾਉਣਾ ਸਿੱਖ ਲਿਆ। ਹਰ ਜਾਨਦਾਰ ਦੀ ਸ਼ਕਤੀ ਇੱਕੋ ਇੱਕ ਇਕਾਈ ਸੀ, ਜਿਵੇਂ ਇੱਕ ਹਾਥੀ ਦੀ ਜਾਂ ਇੱਕ ਇਨਸਾਨ ਦੀ ਸ਼ਕਤੀ। ਜਦੋਂ ਇਨਸਾਨ ਨੇ ਆਪਣੀ ਹੁਸ਼ਿਆਰੀ ਦੇ ਨਾਲ ਜਾਨਵਰਾਂ ਨੂੰ ਪਾਲਣਾ ਅਤੇ ਵਸ ਕਰਨਾ ਸ਼ੁਰੂ ਕੀਤਾ ਤਾਂ ਉਸ ਦੀ ਸ਼ਕਤੀ ਦੇ ਅੰਦਰ ਬੇਅੰਤ ਵਾਧਾ ਹੋਇਆ, ਜਿਸ ਨੂੰ ਉਹ ਆਪਣੇ ਲਾਭ ਲਈ ਵਰਤ ਸਕਦਾ ਸੀ। ਬੈਲ, ਊਠ, ਘੋੜੇ ਅਤੇ ਹਾਥੀ ਦੀ ਸ਼ਕਤੀ ਵੀ ਇਕਾਈ ਵਿੱਚ ਹੀ ਹੁੰਦੀ ਸੀ। ਸ਼ਕਤੀ ਵਧਾਉਣ ਲਈ ਜਾਨਵਰਾਂ ਦੀ ਗਿਣਤੀ ਵਧਾਈ ਜਾਂਦੀ ਸੀ। ਜਾਨਵਰ ਆਂਢ ਗੁਆਂਢ ਤੋਂ ਲੁੱਟੇ ਖੋਹੇ ਜਾਂ ਚੋਰੀ ਕੀਤੇ ਜਾਂਦੇ ਸਨ। ਅੱਗ ਦੇ ਬੈਸੰਤਰ ਦੇਵਤਾ ਦੇ ਨਾਲ ਜਾਣ ਪਛਾਣ ਬਹੁਤ ਪਹਿਲਾਂ ਹੋ ਚੁੱਕੀ ਸੀ। ਇਸ ਸ਼ਕਤੀ ਦੀ ਸਭ ਤੋਂ ਵੱਧ ਵਰਤੋਂ ਕੀਤੀ ਗਈ ਜੰਗਲ ਸਾੜ ਕੇ ਥਾਂ ਪੱਧਰੇ ਕਰਨ ਲਈ, ਤਾਂ ਜੋ ਖੇਤੀ ਕੀਤੀ ਜਾ ਸਕੇ। ਉਦੋਂ ਇਨਸਾਨ ਕੋਲ ਜੰਗਲ ਕੱਟਣ ਲਈ ਕੋਈ ਹਥਿਆਰ ਹੀ ਨਹੀਂ ਸਨ। ਦੱਖਣੀ ਅਮਰੀਕਾ ਅੰਦਰ ਅੱਜ ਵੀ ਜੰਗਲਾਂ ਦਾ ਸਫਾਇਆ ਕੀਤਾ ਜਾ ਰਿਹਾ ਹੈ, ਪਰ ਉਸ ਦੀ ਸ਼ਕਤੀ ਤੇਲ ਨੂੰ ਮਸ਼ੀਨਾਂ ਵਿੱਚ ਬਾਲ ਕੇ ਹਾਸਲ ਕੀਤੀ ਜਾਂਦੀ ਹੈ। ਦੇਵ ਕਦ ਮਸ਼ੀਨਾਂ ਕੀ ਪੂਰੇ ਚੱਲਦੇ ਫਿਰਦੇ ਕਾਰਖਾਨੇ ਹਨ, ਜੋ ਮੀਲੋਂ ਮੀਲ ਘਣੇ ਜੰਗਲਾਂ ਨੂੰ ਇੱਕ ਹੀ ਦਿਨ ਵਿੱਚ ਸਾਫ਼ ਕਰ ਦਿੰਦੇ ਹਨ। ਆਦਿ ਮਨੁੱਖ ਅਤੇ ਅੱਜ ਦੇ ਮਨੁੱਖ ਵਿੱਚ ਫਰਕ ਕੀ ਹੋਇਆ? ਆਦਿ ਮਨੁੱਖ ਆਪ ਬਲਵਾਨ ਅਤੇ ਫੁਰਤੀਲਾ ਸੀ। ਉਸ ਦੀ ਸ਼ਕਤੀ ਦੀ ਸੀਮਾ ਉਸ ਦੇ ਆਪਣੇ ਤੱਕ ਹੀ ਮੁੱਕ ਜਾਂਦੀ ਸੀ। ਅੱਜ ਦਾ ਮਨੁੱਖ ਸਿਹਤ ਵਿੱਚ ਕੈਸਾ ਵੀ ਹੋਵੇ, ਬੇਅੰਤ ਸ਼ਕਲਾਂ ਦੇ ਵਿੱਚ ਸ਼ਕਤੀ ਉਸ ਦੀ ਬਣਦੀ ਹੈ। 1679 ਵਿੱਚ ਥਾਮਸ ਸੇਵਰੀ ਨੇ ਇੰਗਲੈਂਡ ਵਿੱਚ ਪਹਿਲਾ ਸਟੀਮ ਇੰਜਣ ਬਣਾਇਆ, ਜਿਸ ਦੇ ਨਾਲ ਕੋਲੇ ਦੀਆਂ ਖਾਣਾਂ ਅੰਦਰੋਂ ਪਾਣੀ ਕੱਢਿਆ ਜਾ ਸਕਦਾ ਸੀ। ਇਸ ਦੀ ਸੋਧ ਹੁੰਦਿਆਂ ਕਰੀਬ ਇੱਕ ਸਦੀ ਪਿੱਛੋਂ 1765 ਵਿੱਚ ਜੇਮਜ਼ ਵਾਟ ਨੇ ਅੱਜ ਕੱਲ੍ਹ ਜਿਹਾ ਪਹਿਲਾ ਸਟੀਮ ਇੰਜਣ ਤਿਆਰ ਕੀਤਾ, ਜਿਸ ਦੇ ਨਾਲ ਸਨਅਤੀ ਇਨਕਲਾਬ ਦੀ ਸ਼ੁਰੂਆਤ ਹੋਈ। ਸ਼ਕਤੀ ਨੂੰ ਮਿਲਣ ਲਈ ਅੱਜ ਸ਼ਬਦ ਵਾਟ ਵਰਤਿਆ ਜਾਂਦਾ ਹੈ, ਜਿਵੇਂ ਕਿਲੋਵਾਟ, ਮੈਗਾਵਾਟ ਆਦਿ। ਈਸਟ ਇੰਡੀਆ ਕੰਪਨੀ ਸੰਨ 1600 ਵਿੱਚ ਬਣੀ ਸੀ, ਪਰ ਉਦੋਂ ਉਸ ਦੇ ਦੰਦ ਸ਼ਕਤੀਵਰ ਨਹੀਂ ਸਨ। ਸਟੀਮ ਇੰਜਣ ਨੇ ਸਨਅਤੀ ਸ਼ਕਤੀ ਦਾ ਇਨਕਲਾਬ ਲਿਆ ਦਿੱਤਾ। ਇੰਗਲੈਂਡ ਇੱਕ ਮਹਾਂਸ਼ਕਤੀ ਬਣ ਗਿਆ। ਚੱਪੇ ਉੱਤੇ ਉਦਯੋਗ ਖੜੇ ਹੋ ਗਏ, ਧੜ ਹਥਿਆਰ ਬਣਨ ਲੱਗੇ, ਨਾਲ ਹੀ ਤਜਾਰਤੀ ਸਮਾਨ। ਸਟੀਮ ਇੰਜਣ ਲਈ ਅੱਗ ਬਾਹਰੋਂ ਦੀ ਬਾਲੀ ਜਾਂਦੀ ਸੀ ਅਤੇ ਬਾਇਲਰ ਤੋਂ ਉਪਜੀ ਸਟੀਮ ਦੇ ਦਬਾਅ ਨੂੰ ਖਾਸ ਸੇਧ ਦੇ ਕੇ ਮਸ਼ੀਨਾਂ ਚਾਲੂ ਕੀਤੀਆਂ ਜਾਂਦੀਆਂ ਸਨ। ਸਟੀਮ ਇੰਜਣ ਹੀ ਹੁਣ ਤਾਈਂ ਰੇਲ ਗੱਡੀਆਂ ਅਤੇ ਸਮੁੰਦਰੀ ਜਹਾਜ਼ ਚਲਾਉਂਦੇ ਰਹੇ ਹਨ। ਬਲਦੇ ਪੱਥਰਾਂ ਦਾ ਪਹਿਲੀ ਵਾਰ 1546 ਵਿੱਚ ਜ਼ਿਕਰ ਕੀਤਾ ਗਿਆ। 1850 ਵਿੱਚ ਪਹਿਲੀ ਵਾਰ ਖੁਰਦਰੇ ਪੱਥਰਾਂ ਦੀ ਭੱਠੀ ਵਿੱਚੋਂ ਮਿੱਟੀ ਦਾ ਤੇਲ ਨਿਤਾਰਿਆ ਗਿਆ। 1853 ਵਿੱਚ ਦੁਨੀਆ ਦਾ ਪਹਿਲਾ ਤੇਲ ਦਾ ਖੂਹ ਪੋਲੈਂਡ ਵਿੱਚ ਖੋਲ੍ਹਿਆ ਗਿਆ। 19ਵੀਂ ਸਦੀ ਦੇ ਅੰਤ ਤੱਕ ਜੋ ਤੇਲ ਨਿਕਲਦਾ ਸੀ ਉਹ ਆਉਂਦਾ ਰੂਸੀ ਅਜ਼ਰਬਾਈਜਾਨ ਤੋਂ। ਤੇਲ ਦੇ ਆਉਣ ਨਾਲ ਅੰਦਰੋਂ ਬਲਦੇ ਇੰਜਣ ਦੀ ਖੋਜ ਨੂੰ ਉਤਸ਼ਾਹ ਮਿਲਿਆ। ਤੇਲ ਦੇ ਇੰਜਣ ਸਭ ਤੋਂ ਪਹਿਲਾਂ ਖੇਤੀ ਦੇ ਕੰਮ ਵਿੱਚ ਵਰਤੇ ਗਏ। 1860 ਵਿੱਚ ਸਭ ਤੋਂ ਪਹਿਲੀ ਕਾਰ ਚੱਲੀ, ਜੋ ਅਤਿਅੰਤ ਭਾਰੀ ਸੀ। ਤਜਰਬੇ ਹੁੰਦੇ ਰਹੇ ਅਤੇ ਤਰੱਕੀ ਹੁੰਦੀ ਰਹੀ। 1893 ਵਿੱਚ ਗੈਸੋਲੀਨ ਸ਼ਕਤੀ ਨਾਲ ਚੱਲਣ ਵਾਲਾ 4 ਹਾਰਸ ਪਾਵਰ ਦਾ ਵਾਹਨ ਬਣਿਆ। 1903 ਵਿੱਚ ਹੈਨਰੀ ਫੋਰਡ ਨੇ ਜ਼ਾਤੀ ਕਾਰ ਵੇਚਣ ਉੱਤੇ ਲਾ ਦਿੱਤੀ। ਇੱਕ ਸਦੀ ਦੇ ਵਿੱਚ ਕੁੱਲ ਦੁਨੀਆ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀ ਨੁਹਾਰ ਮੋਟਰਾਂ ਅਤੇ ਕਾਰਾਂ ਨੇ ਬਦਲ ਦਿੱਤੀ। ਸੜਕਾਂ ਦਾ ਜਾਲ ਵਿਛ ਗਿਆ ਜਾਂ ਵਿਛੀ ਜਾ ਰਿਹਾ ਹੈ। ਆਵਾਜਾਈ, ਢੋਆ-ਢੁਆਈ, ਉਦਯੋਗਾਂ ਲਈ ਅਤੇ ਘਰਾਂ ਵਿੱਚ ਵਰਤੋਂ ਲਈ ਹਰ ਪਾਸੇ ਇੱਕੋ ਹੀ ਲਫ਼ਜ਼ ਚੱਲਦਾ ਹੈ, ਸ਼ਕਤੀ, ਹੋਰ ਸ਼ਕਤੀ।
ਦੂਜੀ ਵਿਸ਼ਵ ਜੰਗ ਸਮੇਂ ਭਾਰਤ ਵਿੱਚ ਕੋਲੇ ਚੋਂ ਗੈਸ ਕੱਢ ਕੇ ਬੱਸਾਂ ਚਲਾਈਆਂ ਜਾਂਦੀਆਂ ਸਨ। ਗੈਸ ਪਲਾਂਟ ਛੱਤ ਉੱਤੇ ਹੁੰਦਾ ਸੀ। ਇੱਕ ਘੋੜਾ ਸ਼ਕਤੀ ਅਤੇ ਇੱਕ ਮਾਨਵ ਸ਼ਕਤੀ ਦੇ ਨਾਲ ਸਿਕੰਦਰ ਅਤੇ ਚੰਗੇਜ਼ ਖਾਂ ਜਿਹਾਂ ਨੇ ਦੁਨੀਆ ਵਿੱਚ ਹੇਠਲੀ ਉਤਰੀ ਲਿਆ ਦਿੱਤੀ। ਪੱਛਮੀ ਦੇਸ਼ਾਂ ਨੇ ਬੇਅੰਤ ਦੇਸ਼ਾਂ ਉੱਤੇ ਕਬਜ਼ੇ ਕੀਤੇ ਅਤੇ ਬੇਅੰਤ ਜ਼ੁਲਮਾਂ ਦੇ ਨਾਲ ਆਪਣੀ ਵਹਿਸ਼ਤ ਦਾ ਸਬੂਤ ਦਿੱਤਾ। ਭਾਰਤ ਅੰਦਰ ਕੀਤੇ ਅੰਗਰੇਜ਼ੀ ਜ਼ੁਲਮਾਂ ਦਾ ਇਤਿਹਾਸ ਕੁਰੇਦਣਾ ਇਸ ਲਈ ਮੁਸ਼ਕਲ ਹੋ ਰਿਹਾ ਹੈ ਕਿਉਂਕਿ 2 ਸਦੀਆਂ ਦੇ ਰਾਜ ਵਿੱਚ ਅਸੀਂ ਮਾਨਸਿਕ ਤੌਰ ਤੇ ਉਹਨਾਂ ਦੇ ਪੂਰੀ ਤਰ੍ਹਾਂ ਗੁਲਾਮ ਹੋ ਗਏ ਸਾਂ ਅਤੇ ਅਜੇ ਵੀ ਅੰਗਰੇਜ਼ਾਂ ਦਾ ਰਾਜ ਚੰਗਾ ਸੀ, ਅਲਾਪਣੋਂ ਨਹੀਂ ਹਟਦੇ। 20ਵੀਂ ਸਦੀ ਵਿੱਚ ਇਤਿਹਾਸਕ ਤੌਰ ਤੇ ਮੰਨੀਆਂ 2 ਵਿਸ਼ਵ ਜੰਗਾਂ ਹੋਈਆਂ। ਉਹਨਾਂ ਤੋਂ ਵੀ ਵੱਧ ਖੂੰਖਾਰ ਲੜਾਈਆਂ ਹੋਈਆਂ ਕੋਰੀਆ ਅਤੇ ਵੀਅਤਨਾਮ ਦੀਆਂ। ਇਸ ਤੋਂ ਵੀ ਵੱਧ ਬੇਅੰਤ ਜੰਗਾਂ ਹੋਈਆਂ ਮੱਧ ਏਸ਼ੀਆ, ਪੂਰਬੀ ਅਤੇ ਦੱਖਣੀ ਏਸ਼ੀਆ, ਮੱਧ ਅਮਰੀਕਾ, ਦੱਖਣੀ ਅਮਰੀਕਾ ਅਤੇ ਕੁੱਲ ਅਫਰੀਕਾ ਅੰਦਰ, ਜਿੱਥੇ ਦੇਸ਼ ਪਿੱਛੋਂ ਦੇਸ਼ ਇੱਕੋ ਹੀ ਮਹਾਂਸ਼ਕਤੀ ਜਾਂ ਉਸ ਦੀਆਂ ਮਹਾਂ ਕਾਰਪੋਰੇਸ਼ਨਾਂ ਦੇ ਕਾਬੂ ਵਿੱਚ ਆਉਂਦੇ ਗਏ। 20ਵੀਂ ਸਦੀ ਵਿੱਚ ਤੇਲ ਦੇ ਆਸਰੇ ਚੱਲਣ ਵਾਲੀ ਜੰਗੀ ਮਸ਼ੀਨ ਦੀ ਸ਼ਕਤੀ ਦੀ ਵੱਧ ਤੋਂ ਵੱਧ ਕੁਵਰਤੋਂ ਹੋਈ। ਇੱਕ ਨਵੀਂ ਸ਼ਕਤੀ ਹੋਂਦ ਵਿੱਚ ਆ ਗਈ, ਪਰਮਾਣੂ ਸ਼ਕਤੀ। ਇਸ ਦੀ ਵੀ ਦੁਰਵਰਤੋਂ ਹੋਈ ਲੁਕਾਈ ਮਾਰਨ ਲਈ, ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਹਮਲਿਆਂ ਦੇ ਨਾਲ। 20ਵੀਂ ਸਦੀ ਦੇ ਅੰਤ ਤੱਕ ਦੁਨੀਆ ਅੰਦਰ ਸ਼ਕਤੀ ਦੀ ਉਪਜ ਹੇਠ ਲਿਖੇ ਸੋਮਿਆਂ ਤੋਂ ਸੀ। ਨੰਬਰ 1, ਤੇਲ ਉਪਜ ਕਰੀਬ 90 ਮਿਲੀਅਨ ਬੈਰਲ ਹਰ ਰੋਜ਼। ਨੰਬਰ 2, ਪਰਮਾਣੂ ਬਿਜਲੀ ਘਰ 400 ਤੋਂ ਵੱਧ। ਨੰਬਰ 3, ਕੋਲੇ ਦੀ ਉਪਜ ਕਰੀਬ 8000 ਮਿਲੀਅਨ ਟਨ ਇੱਕ ਸਾਲ ਵਿੱਚ, ਜਿਸ ਦੀ 8ਵਾਂ ਹਿੱਸਾ ਉਪਜ ਭਾਰਤ ਵਿੱਚ ਸੀ। ਨੰਬਰ 4, ਹਾਈਡਰੋ ਪਾਵਰ ਭਾਵ ਪਾਣੀ ਦੇ ਡੈਮ ਬਣਾ ਕੇ ਉਸ ਦੇ ਭਾਰ ਹੇਠ ਮੋਟਰਾਂ ਚਲਾ ਕੇ ਬਿਜਲੀ ਪੈਦਾ ਕਰਨੀ। ਦੁਨੀਆ ਦੀ ਲਗਭਗ 20% ਬਿਜਲੀ ਇਸ ਪਾਸੇ ਤੋਂ ਮਿਲਦੀ ਹੈ। ਨੰਬਰ 5, ਇਸ ਤੋਂ ਇਲਾਵਾ ਸੂਰਜ ਦੀਆਂ ਕਿਰਨਾਂ ਤੋਂ ਜਾਂ ਧਰਤੀ ਹੇਠਲੀ ਗਰਮੀ ਵਿੱਚੋਂ ਬਿਜਲੀ ਕੱਢਣ ਦਾ ਮਾਮੂਲੀ ਹਿੱਸਾ। ਸ਼ਕਤੀ ਦੇ ਸੋਮਿਆਂ ਵਿੱਚੋਂ ਜੇ ਤੇਲ ਨੂੰ ਕੱਢ ਹੀ ਦਿੱਤਾ ਜਾਵੇ, ਸਮਝੋ ਤੇਲ ਹੈ ਹੀ ਨਹੀਂ, ਤਾਂ ਦੁਨੀਆ ਦੇ ਬੇਅੰਤ ਪੁਆੜਿਆਂ ਅਤੇ ਲੜਾਈਆਂ ਦੀ ਜੜ ਹੀ ਮੁੱਕ ਜਾਂਦੀ ਹੈ। ਸ਼ਕਤੀ ਦੇ ਬਾਕੀ ਸੋਮੇ ਕਿਤੇ ਚੁੱਕ ਕੇ ਲਿਜਾਣੇ ਅਸੰਭਵ ਹਨ। ਇੱਕ ਤੇਲ ਹੀ ਹੈ ਜਿਸ ਨੂੰ ਪਾਈਪਾਂ ਰਾਹੀਂ ਜਾਂ ਵੱਡੇ ਟੈਂਕਰਾਂ ਰਾਹੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਲਿਜਾਇਆ ਜਾ ਸਕਦਾ ਹੈ, ਉਹ ਵੀ ਆਸਾਨੀ ਦੇ ਨਾਲ। ਦੁਨੀਆ ਦੇ ਹਰ ਘਰ ਅੰਦਰ ਤੇਲ ਦੀ ਵਰਤੋਂ ਹੁੰਦੀ ਹੈ। ਲਾਲਟੈਨ ਬਾਲਣ ਤੋਂ ਲੈ ਕੇ ਮੋਟਰਸਾਈਕਲ ਜਾਂ ਕਾਰ ਚਲਾ ਕੇ ਪਲਾਸਟਿਕ ਦਾ ਬੇਅੰਤ ਸਮਾਨ ਅਤੇ ਕੈਮੀਕਲਜ਼ ਕੱਚੇ ਤੇਲ ਅੰਦਰੋਂ ਹੀ ਨਿਕਲਦੇ ਹਨ। ਤੇਲ ਦੀ ਵਰਤੋਂ ਹੀ ਸਮਾਜਾਂ ਦੀ ਗਤੀ ਸੰਤੁਲਨ ਵਿੱਚ ਰੱਖ ਕੇ ਹਰ ਕੰਮ ਅਤੇ ਸਨਅਤੀ ਅਤੇ ਖੇਤੀ ਅੰਦਰ ਪੈਦਾਵਾਰ ਵਧਾਉਂਦੀ ਹੈ। ਦੂਜੇ ਸ਼ਬਦਾਂ ਵਿੱਚ ਕਿਸੇ ਵੀ ਦੇਸ਼ ਅੰਦਰ ਆਪਣੀ ਤੇਲ ਦੀ ਪੈਦਾਵਾਰ ਜਾਂ ਕਿਸੇ ਹੋਰ ਦੇਸ਼ ਤੋਂ ਭਰੋਸੇਯੋਗ ਆਮਦ ਹਰ ਦੇਸ਼ ਦੀ ਸਾਹ ਰਗ ਬਣ ਗਈ ਹੈ। ਇੱਥੇ ਅੰਗੂਠਾ ਰੱਖੋ ਤਾਂ ਸੰਕਟ ਖੜਾ ਹੋ ਜਾਂਦਾ ਹੈ। ਈਰਾਨ ਕੁੱਲ ਦੁਨੀਆ ਨੂੰ ਕੱਚਾ ਤੇਲ ਭੇਜਦਾ ਹੈ, ਪਰ ਉੱਥੇ ਤੇਲ ਸੋਧਕ ਸਨਅਤ ਨਾ ਹੋਣ ਕਰਕੇ ਕੁੱਲ ਟਰਾਂਸਪੋਰਟ ਦੀ ਵਰਤੋਂ ਲਈ ਪੈਟਰੋਲ, ਡੀਜ਼ਲ ਆਦਿ ਬਾਹਰੋਂ ਮੰਗਵਾਉਣੇ ਪੈਂਦੇ ਹਨ। ਭਾਰਤ ਜਿੰਨਾ ਕੱਚਾ ਮਾਲ ਪੈਦਾ ਕਰਦਾ ਹੈ, ਉਸ ਨਾਲੋਂ ਦੂਣੇ ਤੋਂ ਵੀ ਵੱਧ ਬਾਹਰੋਂ ਮੰਗਵਾਉਣਾ ਪੈਂਦਾ ਹੈ, ਪਰ ਇੱਥੇ ਤੇਲ ਸੋਧਕ ਕਾਰਖਾਨੇ ਕਾਫੀ ਹਨ। ਤੇਲ ਹੀ ਹੈ ਕੁੱਲ ਦੁਨੀਆ ਦੀ ਤਰੱਕੀ ਦਾ ਧੁਰਾ। ਤਾਂ ਤੇ ਇਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਹੋਣੀ ਚਾਹੀਦੀ ਹੈ। ਸਾਨੂੰ ਇਹ ਪੜ੍ਹਾਇਆ ਜਾਂਦਾ ਹੈ ਕਿ ਤੇਲ ਦੀ ਉਪਜ ਹੋਈ ਕਰੋੜਾਂ ਸਾਲ ਪਹਿਲਾਂ ਸਮੁੰਦਰਾਂ ਵਿੱਚ ਰਹਿਣ ਵਾਲੀਆਂ ਮੱਛੀਆਂ ਤੋਂ। ਬੇਅੰਤ ਮੱਛੀਆਂ ਅਤੇ ਕਰੋੜਾਂ ਸਾਲਾਂ ਵਿੱਚ ਪੈਦਾ ਹੋਇਆ ਉਹਨਾਂ ਤੋਂ ਬੇਅੰਤ ਤੇਲ। ਇਹ ਤੇਲ ਧਰਤੀ ਦੀਆਂ ਬੇਅੰਤ ਉਥਲ ਪੁਥਲਾਂ ਦੇ ਨਾਲ ਡੂੰਘੀਆਂ ਤਹਿਆਂ ਅੰਦਰ ਦੱਬਿਆ ਗਿਆ। ਅਸੀਂ ਧਰਤੀ ਹੇਠ ਇੱਕ ਕਦੀਮ ਸਮੇਂ ਦੇ ਬਣੇ ਤੇਲ ਖਜ਼ਾਨਿਆਂ ਦੀ ਖੋਜ ਕਰਕੇ ਪਾਈਪਾਂ ਰਾਹੀਂ ਬਾਹਰ ਖਿੱਚ ਰਹੇ ਹਾਂ। ਸਾਡੇ ਮਨਾਂ ਦੇ ਅੰਦਰ ਠੋਸਿਆ ਜਾ ਚੁੱਕਾ ਹੈ ਕਿ ਤੇਲ ਪੁਰਾਣਿਆਂ ਸਮਿਆਂ ਦੀ ਜੀਵ ਉਪਜ ਹੈ। ਇਸ ਦਾ ਖਜ਼ਾਨਾ ਇਹੀ ਹੈ ਜੋ ਵੀ ਹੈ। ਇੱਕ ਦਿਨ ਐਸਾ ਆਵੇਗਾ ਜਦੋਂ ਤੇਲ ਦੁਰਲੱਭ ਹੋ ਜਾਵੇਗਾ ਅਤੇ ਕੁੱਲ ਦੁਨੀਆ ਦੀ ਗੱਡੀ ਰੁਕ ਜਾਣ ਦਾ ਖਤਰਾ ਹੋ ਜਾਵੇਗਾ। ਧਰਤੀ ਹੇਠੋਂ ਤੇਲ ਦੀ ਕਢਾਈ ਬੜੀ ਛੋਟੀ ਪੱਧਰ ਉੱਤੇ ਸ਼ੁਰੂ ਹੋਈ 1850 ਦੇ ਨੇੜੇ ਤੇੜੇ।
ਅੱਜ ਦੁਨੀਆ ਦੇ ਹਜ਼ਾਰਾਂ ਹੀ ਤੇਲ ਖੂਹਾਂ ਵਿੱਚੋਂ ਹਰ ਰੋਜ਼ ਕਰੀਬ 9 ਕਰੋੜ ਬੈਰਲ ਤੇਲ ਨਿਕਲ ਰਿਹਾ ਹੈ। ਇੱਕ ਬੈਰਲ ਵਿੱਚ 200 ਲੀਟਰ ਹੁੰਦੇ ਹਨ। ਇੱਕ ਬੈਰਲ 42 ਅਮਰੀਕੀ ਗੈਲਨਾਂ ਦੇ ਬਰਾਬਰ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਕੱਢੇ ਜਾਂਦੇ ਤੇਲ ਦੀ ਮਾਤਰਾ ਹੁਣ ਟੀਸੀ ਉੱਤੇ ਪਹੁੰਚ ਗਈ ਹੈ, ਜਿੱਥੇ ਕੁਝ ਚਿਰ ਰਹਿ ਕੇ ਲਗਾਤਾਰ ਘਟਣੀ ਚਾਲੂ ਹੋ ਜਾਵੇਗੀ ਅਤੇ 50-100 ਸਾਲਾਂ ਅੰਦਰ ਤੇਲ ਦਾ ਭੋਗ ਪੈ ਜਾਵੇਗਾ। ਇਸ ਪ੍ਰਚਾਰ ਧਾਰਨਾ ਨੂੰ ਮੁੱਖ ਰੱਖ ਕੇ ਦੁਨੀਆ ਦੇ ਅੱਜ ਦੇ ਜਾਣੇ ਪਛਾਣੇ ਤੇਲ ਭੰਡਾਰਾਂ ਦੇ ਮਾਲਕ ਦੇਸ਼ਾਂ ਦੇ ਉੱਪਰ ਹਰ ਹੀਲੇ ਬਹਾਨੇ ਫੌਜੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪੱਛਮੀ ਸੰਨਤੀ ਦੇਸ਼ਾਂ ਨੂੰ ਤੇਲ ਬਾਲਣ ਦੀ ਕਦੇ ਵੀ ਕਮੀ ਨਾ ਆਵੇ। ਦੂਜਾ ਮਕਸਦ ਇਹ ਵੀ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਆਪਣੇ ਅੰਦਰਲੇ ਤੇਲ ਦੀ ਕਮੀ ਹੈ, ਜਿਵੇਂ ਜਾਪਾਨ, ਚੀਨ ਅਤੇ ਭਾਰਤ, ਉਹਨਾਂ ਨੂੰ ਵੀ ਵਿੱਤੀ, ਸਿਆਸੀ ਅਤੇ ਫੌਜੀ ਦਬਾਅ ਹੇਠ ਰੱਖਿਆ ਜਾ ਸਕੇ। ਅੱਜ ਦੁਨੀਆ ਦੇ ਜਿਸ ਖਿੱਤੇ ਵਿੱਚ ਵੀ ਤੇਲ ਅਤੇ ਗੈਸ ਹਨ, ਉੱਥੇ ਅਮਰੀਕੀ ਫੌਜੀ ਹਨ, ਜਾਂ ਉੱਥੇ ਲੜਾਈ ਚੱਲ ਰਹੀ ਹੈ ਜਾਂ ਲੜਾਈ ਸ਼ੁਰੂ ਕਰਨ ਲਈ ਮੁੱਢ ਬੰਨ੍ਹਿਆ ਜਾ ਰਿਹਾ ਹੈ। ਮਹਾਂਦੀਪ ਕੋਈ ਵੀ ਹੋਵੇ, ਦੱਖਣੀ ਅਮਰੀਕਾ, ਅਫਰੀਕਾ ਜਾਂ ਏਸ਼ੀਆ, ਨਿਸ਼ਾਨਾ ਇੱਕੋ ਹੈ, ਤੇਲ ਨੂੰ ਘੇਰ ਲਵੋ, ਦੁਨੀਆ ਦੀ ਸਾਹ ਰਗ ਨੱਪ ਲਵੋ। ਨਾਲ ਹੀ ਨਾਲ ਇੱਕ ਹੋਰ ਖੇਡ ਚੱਲਦੀ ਹੈ, ਉਹ ਹੈ ਬਾਰ-ਬਾਰ ਟੀਸੀ ਤੋਂ ਘਟ ਰਹੀ ਤੇਲ ਉਪਜ। ਗਿਣੇ ਮਿਣੇ ਜੀਵ ਉਪਜ ਤੇਲ ਭੰਡਾਰਾਂ, ਘਟ ਰਹੇ ਮਿਟ ਰਹੇ ਭੰਡਾਰਾਂ ਦੀ ਗੱਲ। ਕੋਈ ਤੂਫਾਨ ਆਵੇ, ਭੂਚਾਲ ਆਵੇ ਜਾਂ ਆਪੇ ਸ਼ੁਰੂ ਕੀਤੀ ਹੋਈ ਜੰਗ ਹੋਵੇ, ਨਾਲ ਹੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਜਾਂਦਾ ਹੈ। ਜੰਗਾਂ ਸ਼ੁਰੂ ਕਰਵਾਉਣ ਵਾਲੇ ਹੀ ਤੇਲ ਦੇ ਵਪਾਰ ਨੂੰ ਚਲਾਉਂਦੇ ਹਨ। ਸਾਡੇ ਜਿਹੇ ਜੱਦੋ ਜਹਿਦ ਕਰਦੇ ਬੇਅੰਤ ਦੇਸ਼ ਵਿੱਤੀ ਦਬਾਅ ਹੇਠ ਆ ਜਾਂਦੇ ਹਨ ਅਤੇ ਮਸਾਂ ਹੀ ਜਿਉਂਦੇ ਰਹਿਣ ਲਈ ਤਾਕਤਵਰ ਵਿਦੇਸ਼ੀ ਤਾਕਤਾਂ ਦੀਆਂ ਸਲਾਹਾਂ, ਸ਼ਰਤਾਂ ਅਤੇ ਨਾ ਬਰਾਬਰ ਵਿੱਤੀ ਅਤੇ ਫੌਜੀ ਸੰਧੀਆਂ ਵਿੱਚ ਫਸ ਜਾਂਦੇ ਹਨ। ਅਮਰੀਕਾ ਦੇ ਅੰਦਰ ਬੇਅੰਤ ਤੇਲ ਹੈ। ਉਹ ਆਪਣਾ ਤੇਲ ਘੱਟ ਕੱਢਦਾ ਹੈ ਅਤੇ ਜ਼ਿਆਦਾਤਰ ਬਾਹਰੋਂ ਹੀ ਲਿਆਉਂਦਾ ਹੈ। ਕਿਉਂ ਭਲਾ? ਦੇਸ਼ ਅੰਦਰੋਂ ਤੇਲ ਕੱਢਣ ਲਈ ਉਸ ਨੂੰ ਸੱਚਮੁੱਚ ਖਰਚ ਕਰਨਾ ਪੈਂਦਾ ਹੈ। ਬਾਹਰੋਂ ਉਹੀ ਤੇਲ ਮੁਫਤ ਦੇ ਭਾਅ ਪੈਂਦਾ ਹੈ। ਤੇਲ ਦਾ ਵਪਾਰ ਕੇਵਲ ਡਾਲਰਾਂ ਵਿੱਚ ਹੁੰਦਾ ਹੈ। ਸਿੱਧੀ ਖੇਡ ਹੈ, ਕਾਗਜ਼ੀ ਡਾਲਰ ਛਾਪੋ, ਜਿੰਨਾ ਤੇਲ ਚਾਹੋ ਖਰੀਦ ਲਵੋ। ਮਜ਼ੇਦਾਰ ਗੱਲ ਇਹ ਹੈ ਕਿ ਤੇਲ ਵੇਚਦੇ ਮੱਧ ਏਸ਼ੀਆਈ ਸ਼ੇਖ ਆਪਣੀ ਬੇਅੰਤ ਕਮਾਈ ਨੂੰ ਵਾਪਸ ਅਮਰੀਕਾ ਅੰਦਰਲੇ ਬੈਂਕਾਂ ਵਿੱਚ ਜਮ੍ਹਾਂ ਕਰਾ ਦਿੰਦੇ ਹਨ। ਭੂਗੋਲਕ ਸਿਆਸਤ ਕੈਸੀ ਹੈ ਜੋ ਤੇਲ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਹੈ। ਅਮਰੀਕਨ ਫੌਜ ਮੱਧ ਏਸ਼ੀਆ ਦੇ ਤੇਲ ਭੰਡਾਰਾਂ ਉੱਤੇ ਬੈਠ ਸਕਦੀ ਹੈ, ਪਰ ਉਹ ਕਈ ਦਹਾਕੇ ਜਾਂ ਸੈਂਕੜੇ ਸਾਲ ਉਪਜ ਦੇਣ ਵਾਲੇ ਤੇਲ ਖੂਹਾਂ ਨੂੰ ਚੁੱਕ ਕੇ ਤਾਂ ਨਹੀਂ ਲਿਜਾ ਸਕਦੀ। ਇਰਾਕ ਉੱਤੇ ਕਬਜ਼ੇ ਦੇ ਬਾਵਜੂਦ ਨਵੇਂ ਤੇਲ ਭੰਡਾਰਾਂ ਦੀ ਖੋਜ ਦੇ ਠੇਕੇ ਅਮਰੀਕੀ ਕੰਪਨੀਆਂ ਨਹੀਂ ਜਿੱਤ ਸਕੀਆਂ। ਤਾਂ ਵੀ ਉਸ ਦਾ ਟੀਚਾ ਇਹ ਹੈ ਕਿ ਇਰਾਕ ਦੇ 3-4 ਜਾਂ ਜ਼ਿਆਦਾ ਟੋਟੇ ਕੀਤੇ ਜਾਣ, ਤਾਂ ਜੋ ਇੱਕ ਇਲਾਕੇ ਦਾ ਤੇਲ ਇੱਕ ਕੰਪਨੀ ਦੀ ਜ਼ਿੰਮੇਵਾਰੀ ਹੋ ਜਾਵੇ। ਭਾਵ ਮੁਕੰਮਲ ਵਿੱਤੀ, ਸਿਆਸੀ ਅਤੇ ਜ਼ਾਹਰ ਹੈ ਫੌਜੀ ਕਬਜ਼ਾ। ਇਸ ਤੇਲ ਪਿੱਛੇ ਬੇਸ਼ੱਕ ਲੱਖਾਂ ਇਰਾਕੀ ਅਤੇ ਹਜ਼ਾਰਾਂ ਅਮਰੀਕੀ ਮਰ ਜਾਣ, ਭਾਵੇਂ ਅਮਰੀਕਾ ਦੀ ਆਪਣੀ ਵਿੱਤੀ ਹਾਲਤ ਡੁੱਬਣ ਤੇ ਆ ਜਾਵੇ, ਪਰ ਇਰਾਕ ਨੂੰ ਮੱਧ ਏਸ਼ੀਆ ਨੂੰ ਘੁੱਟ ਕੇ ਫੜੀ ਰੱਖਣਾ ਹੈ। ਬਾਂਦਰ ਨੇ ਘੜੇ ਅੰਦਰ ਛੋਲਿਆਂ ਨੂੰ ਘੁੱਟ ਕੇ ਫੜ ਲਿਆ ਹੈ। ਨਾ ਉਹ ਮੁੱਠੀ ਖੋਲ੍ਹਦਾ ਹੈ, ਨਾ ਉਸ ਦਾ ਹੱਥ ਬਾਹਰ ਨਿਕਲਦਾ ਹੈ। ਜੇ ਤੇਲ ਇੰਨੇ ਪੁਆੜਿਆਂ, ਸੰਕਟਾਂ ਅਤੇ ਜੰਗਾਂ ਦੀ ਜੜ ਹੈ, ਤਾਂ ਇਸ ਬਾਰੇ ਜਿੰਨਾ ਵੀ ਜਾਣ ਲਿਆ ਜਾਵੇ ਥੋੜ੍ਹਾ ਹੈ। ਬੜੇ ਚਿਰਾਂ ਦੀ ਗੱਲ ਹੈ, ਉਦੋਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ, ਜਦੋਂ ਅਖਬਾਰਾਂ ਵਿੱਚ ਪੜ੍ਹਨ ਨੂੰ ਮਿਲਿਆ ਸੀ ਕਿ ਪੱਛਮੀ ਬੰਗਾਲ ਤੇਲ ਉੱਤੇ ਤਰ ਰਿਹਾ ਹੈ। ਪਿੱਛੋਂ ਕੋਈ ਉੱਗ ਸੁੱਗ ਨਹੀਂ ਮਿਲੀ ਕਿ ਆਖਰ ਹੋਇਆ ਕੀ। ਇਹ ਜਾਣਨ ਦੀ ਲੋੜ ਹੈ ਕਿ ਕੀ ਤੇਲ ਸੱਚਮੁੱਚ ਉਹਨਾਂ ਮੱਛੀਆਂ ਜਾਂ ਹੋਰ ਜਾਨਵਰਾਂ ਦੀ ਉਪਜ ਹੈ ਜੋ ਕਰੋੜਾਂ ਸਾਲ ਪਹਿਲਾਂ ਧਰਤੀ ਉੱਤੇ ਸਮੁੰਦਰ ਵਿੱਚ ਸਨ। ਜੇ ਇਹ ਸੱਚ ਹੈ ਤਾਂ ਤੇਲ ਦੇ ਉੱਤੇ ਹੋਣ ਦੀ ਭਾਰੀ ਨਿਰਭਰਤਾ ਪੂਰੀ ਪੜ੍ਹੀ ਲਿਖੀ ਮਾਨਵਤਾ ਦੇ ਉੱਪਰ ਇੱਕ ਕਲੰਕ ਹੈ। ਉਹ ਤੇਲ ਨੂੰ ਇੰਨੀ ਜ਼ੋਰ ਨਾਲ ਕਿਉਂ ਫੂਕਣ ਅਤੇ ਮੁਕਾਉਣ ਉੱਤੇ ਲੱਗੀ ਹੋਈ ਹੈ। 1850 ਵਿੱਚ ਤੇਲ ਕੱਢਣ ਦੀ ਸ਼ੁਰੂਆਤ ਦੇ 50 ਸਾਲਾਂ ਪਿੱਛੋਂ ਜਰਮਨ ਅਤੇ ਫਰਾਂਸੀਸੀ ਸਾਇੰਸਦਾਨਾਂ ਨੇ ਸੰਦੇਹ ਪ੍ਰਗਟ ਕਰਨਾ ਸ਼ੁਰੂ ਕੀਤਾ ਸੀ ਕਿ ਤੇਲ ਜੀਵ ਉਪਜ ਨਹੀਂ ਹੋ ਸਕਦਾ। ਉਹਨਾਂ ਦਾ ਕਹਿਣਾ ਸੀ ਕਿ ਤੇਲ ਧਰਤੀ ਦੀਆਂ ਆਂਦਰਾਂ ਅੰਦਰ ਬਣ ਕੇ
ਉੱਪਰ ਨੂੰ ਉੱਠਦਾ ਹੈ ਅਤੇ ਕਦੇ ਨਾ ਮੁੱਕਣ ਵਾਲਾ ਸੋਮਾ ਹੈ। 1950 ਵਿੱਚ ਸੋਵੀਅਤ ਰੂਸ ਕੁਝ ਚਿਰ ਪਹਿਲਾਂ ਹੀ ਦੂਜੀ ਵਿਸ਼ਵ ਜੰਗ ਵਿੱਚ ਓੜਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਵਾ ਕੇ ਤੇਲ ਸ਼ਕਤੀ ਦੇ ਸੋਮਿਆਂ ਤੋਂ ਵਾਂਝਿਆ ਪਿਆ ਸੀ। ਉਸ ਦੀ ਇਹ ਮਜਬੂਰੀ ਹੋ ਗਈ ਕਿ ਉਹ ਤੇਲ ਦੀ ਬੇਜੀਵ ਉਪਜ ਦੀ ਥਿਊਰੀ ਦੀ ਅਮਲ ਦੇ ਨਾਲ ਪੜਚੋਲ ਕਰੇ, ਭਾਵ ਧਰਤੀ ਵਿੱਚ ਡੂੰਘਿਆਂ ਅੰਦਰ ਜਾ ਕੇ ਤੇਲ ਦੀ ਭਾਲ ਕਰੇ। ਪੱਛਮ ਅਤੇ ਸੋਵੀਅਤ ਸੰਘ ਅੰਦਰ ਠੰਡੀ ਜੰਗ ਨੇ ਹਾਲਤ ਹੋਰ ਵੀ ਨਾਜ਼ੁਕ ਕੀਤੀ ਹੋਈ ਸੀ। ਤੇਲ ਦੀ ਲੋੜ ਸ਼ਹਿਰੀ ਕੰਮਾਂ ਲਈ ਇੰਨੀ ਹੀ ਜ਼ਰੂਰੀ ਸੀ ਜਿੰਨੀ ਫੌਜ ਲਈ। ਬਾਹਰੋਂ ਬੇਅੰਤ ਤੇਲ ਖਰੀਦਣ ਲਈ ਨਕਦੀ ਨਹੀਂ ਸੀ। ਪਹਿਲਾਂ ਡੂੰਘਾ ਖੂਹ ਪੁੱਟਦੇ ਸੰਨ 1970 ਆ ਗਿਆ। ਕੋਲਾ ਨਾਂ ਦੀ ਥਾਂ ਤੇ ਨਰੂਲ ਘਰੇਲੂ ਤਕਨੋਲੋਜੀ ਨਾਲ 40,230 ਫੁੱਟ ਡੂੰਘਾ ਖੂਹ ਵਰਮਾ ਕੇ ਆਖਰ ਤੇਲ ਲੱਭ ਲਿਆ। ਇਹ ਡੂੰਘਾਈ 12.3 ਕਿਲੋਮੀਟਰ ਜਾਂ 7.6 ਮੀਲ ਬਣਦੀ ਹੈ। ਫੇਰ ਕੀ ਸੀ, ਰੂਸੀ ਤੇਲ ਉਦਯੋਗ ਨੂੰ ਖੰਭ ਲੱਗ ਗਏ। 2006 ਤੱਕ ਰੂਸ ਨੇ 310 ਅਤ ਡੂੰਘੇ ਖੂਹ ਵਰਮਾਏ। ਉਸ ਦੀ ਤੇਲ ਉਪਜ ਦੁਨੀਆ 'ਚ ਅਵਲ ਰਹਿਣ ਵਾਲੇ ਸਾਊਦੀ ਅਰਬ ਦੇ ਨਾਲ ਖਹਿਣ ਲੱਗ ਪਈ। ਸੋਵੀਅਤ ਸੰਘ ਦੇ ਟੁੱਟਦਿਆਂ ਹੀ ਪ੍ਰਧਾਨ ਜੈਲਸਿਨ ਦੇ ਨਿਕੰਮੇ ਸ਼ਾਸਨ ਵੇਲੇ ਅਮਰੀਕਨ ਵਾਲ ਸਟਰੀਟ ਦੇ ਹੱਥ ਠੋਕੇ ਮਖਾਇਲ ਖੋਦੋਰੋਕੋਵਸਕੀ ਰਾਹੀਂ ਕੁੱਲ ਰੂਸੀ ਤੇਲ ਦੀ ਕੰਪਨੀ ਯੂਕੋਸ ਨੂੰ ਹਥਿਆ ਲਿਆ ਗਿਆ। ਉਹ ਕੁੱਲ ਕੰਪਨੀ ਨੂੰ ਅਮਰੀਕੀ ਵਿਦੇਸ਼ੀਆਂ ਨੂੰ ਵੇਚਣ ਦੇ ਆਰ ਵਿੱਚ ਹੀ ਸੀ ਕਿ ਜੈਲਸਨ ਦੀ ਥਾਂ ਉੱਤੇ ਪ੍ਰਧਾਨ ਪੂਤਨ ਆ ਗਿਆ। ਉਸ ਨੇ ਆਉਂਦਿਆਂ ਹੀ ਖੋਦੋਰੋਵਸਕੀ ਨੂੰ ਉਸ ਦੇ ਆਪਣੇ ਨਿੱਜੀ ਜੈਟ ਜਹਾਜ਼ ਸਮੇਤ ਕਾਬੂ ਕਰ ਲਿਆ ਅਤੇ ਜੇਲ੍ਹ ਅੰਦਰਲੀ ਹਵਾ ਵਿੱਚ ਭੇਜ ਦਿੱਤਾ। ਅਮਰੀਕੀ ਅਜੇ ਵੀ ਆਪਣੇ ਪਿਆਰੇ ਮਖਾਇਲ ਦੀ ਮੰਗ ਕਰਦੇ ਰਹਿੰਦੇ ਹਨ। ਉਹਨਾਂ ਨੂੰ ਅਤਿਅੰਤ ਚਿੜ ਹੈ ਕਿ ਪੂਤਨ ਨੇ ਉਹਨਾਂ ਦੇ ਹੱਥ ਵਿੱਚ ਮੁਫਤ ਤੇ ਆਉਂਦੇ ਬੇਅੰਤ ਤੇਲ ਦੇ ਮਨਸੂਬੇ ਨੂੰ ਨਕਾਰਾ ਕਰ ਦਿੱਤਾ। ਡੂੰਘੇ ਰੂਸੀ ਖੂਹਾਂ ਅਤੇ ਮੱਧ ਏਸ਼ੀਆਈ ਅਤੇ ਬੇਅੰਤ ਹੋਰਨਾਂ ਥਾਵਾਂ ਉੱਤੇ ਤੇਲ ਭੰਡਾਰਾਂ ਦੇ ਖੂਹਾਂ ਵਿਚਕਾਰ ਫਰਕ ਕੀ ਹੈ? ਰੂਸੀ ਖੂਹਾਂ ਨੂੰ ਵਰਮਾਉਣ ਲਈ ਚੋਖਾ ਸਮਾਂ ਅਤੇ ਖਰਚਾ ਚਾਹੀਦਾ ਹੈ। ਹੋਰਨਾਂ ਥਾਵਾਂ ਦਾ ਤੇਲ ਧਰਤੀ ਤਲ ਦੇ ਨੇੜੇ ਹੋਣ ਕਰਕੇ ਮਿੱਠਾ ਤੇਲ ਅਖਵਾਉਂਦਾ ਹੈ। ਅਮਰੀਕੀ CIA ਨੂੰ ਪੂਰਾ ਪਤਾ ਹੈ ਕਿ ਡੂੰਘੇ ਤੇਲ ਦੇ ਖਜ਼ਾਨੇ ਸਭਨਾਂ ਥਾਵਾਂ ਸਮੇਤ ਉਹਨਾਂ ਦੇ ਆਪਣੇ ਦੇਸ਼ ਅੰਦਰ ਵੀ ਹਨ, ਪਰ ਇੰਨਾ ਸਬਰ ਉਹਨਾਂ ਕੋਲ ਨਹੀਂ ਹੈ। ਉਹਨਾਂ ਨੂੰ 3 ਟ੍ਰਿਲੀਅਨ ਦੇ ਜਾਣੇ ਪਛਾਣੇ ਤੇਲ ਖਜ਼ਾਨਿਆਂ ਤੇ ਫੌਜੀ ਕਬਜ਼ਾ ਕਰਨਾ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨਾ ਵਧੇਰੇ ਸੌਖਾ ਲੱਗਦਾ ਹੈ। ਅਮਰੀਕਾ ਅੰਦਰ ਕੱਢਿਆ ਜਾਂਦਾ ਤੇਲ ਵੀ ਮਿੱਠੇ ਤੇਲ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਤੇਲ ਦੀ ਅੰਤਰਰਾਸ਼ਟਰੀ ਇਜਾਰੇਦਾਰੀ ਅਤੇ ਉਸ ਦੇ ਵਪਾਰ ਉੱਤੇ ਡਾਲਰ ਦੀ ਪਾਬੰਦੀ ਦੀ ਸਹਾਇਤਾ ਨਾਲ ਤੇਲ ਦੀਆਂ ਕੀਮਤਾਂ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਤੇਲ ਦੀ ਪੈਦਾਵਾਰ TC ਛੂਹ ਗਈ ਹੈ, ਅੱਗੋਂ ਮਿਲਣਾ ਔਖਾ ਹੋ ਰਿਹਾ ਹੈ, ਇਸ ਲਈ ਕੀਮਤ ਵਧਾਈ ਜਾ ਰਹੀ ਹੈ। ਫੈਡਰਲ ਰਿਜ਼ਰਵ ਵੱਲੋਂ ਜਾਦੂਈ ਢੰਗ ਨਾਲ ਲਗਾਤਾਰ ਡਾਲਰ ਛਾਪੀ ਜਾਣਾ ਤੇਲ ਵਪਾਰ ਦਾ ਮੁਕੰਮਲ ਡਾਲਰੀਕਰਨ ਅਤੇ ਮੱਧ ਏਸ਼ੀਆ ਵਿੱਚ ਲਗਾਤਾਰ ਜੰਗਾਂ ਦਾ ਆਪੋ ਵਿੱਚ ਡੂੰਘਾ ਰਿਸ਼ਤਾ ਹੈ। ਇਰਾਕ ਦਾ ਕੀ ਕਸੂਰ ਸੀ ਕਿ ਉਸ ਉੱਤੇ ਕਬਜ਼ਾ ਕਰਨਾ ਪਿਆ? ਉਸ ਨੇ ਤੇਲ ਨੂੰ ਗੈਰ ਡਾਲਰ ਕਰੰਸੀ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਸੀ। ਜੇ ਇਹ ਬਿਮਾਰੀ ਹੋਰਨਾਂ ਤੇਲ ਕੱਢਦੇ ਦੇਸ਼ਾਂ ਨੂੰ ਵੀ ਲੱਗ ਜਾਂਦੀ ਤਾਂ ਅਮਰੀਕਾ ਦੀ ਡਾਲਰ ਕਰੰਸੀ ਨੂੰ ਖੋਰਾ ਲੱਗ ਜਾਣਾ ਸੀ। ਉਸ ਨੂੰ ਵੀ ਮੁਫਤ ਦੇ ਕਾਗਜ਼ੀ ਡਾਲਰਾਂ ਦੀ ਥਾਂ ਕਿਸੇ ਸੱਚਮੁੱਚ ਦੀ ਕੀਮਤ ਵਾਲੀ ਦੌਲਤ ਨਾਲ ਤੇਲ ਖਰੀਦਣਾ ਪੈਣਾ ਸੀ। ਅਵਸ਼ ਹੀ ਇਰਾਕ ਨੇ ਮਰਨਾ ਸੀ। ਹੁਣ ਉਹੀ ਘੋਰ ਬੱਜਰ ਪਾਪ ਈਰਾਨ ਕਰ ਰਿਹਾ ਹੈ। ਉਸ ਨੇ ਤਾਂ ਅਮਰੀਕੀ ਜ਼ਿਆਦਤੀਆਂ ਤੋਂ ਤੰਗ ਆ ਕੇ ਅਜਿਹਾ ਆਕੜਨ ਵਾਲਾ ਰੁਖ ਅਪਣਾਇਆ ਹੈ ਕਿ ਉਸ ਨੇ ਅਮਰੀਕੀ ਡਾਲਰਾਂ ਵਿੱਚ ਤੇਲ ਵੇਚਣਾ ਹੀ ਨਹੀਂ। ਇਸ ਰੁਖ ਨੂੰ ਅਮਰੀਕੀ ਸਰਕਾਰ ਅਤੇ ਉਸ ਨੂੰ ਕਾਬੂ ਕਰਕੇ ਚਲਾਉਂਦੀਆਂ ਫੈਡਰਲ ਰਿਜ਼ਰਵ ਦੀਆਂ ਗੁੱਝੀਆਂ ਯਹੂਦੀ ਬੈਂਕਰਾਂ ਦੀਆਂ ਸ਼ਕਤੀਆਂ ਲਈ ਬਰਦਾਸ਼ਤ ਕਰਨਾ ਨਾਮੁਮਕਿਨ ਹੈ। ਇੰਜ ਤਾਂ ਉਹਨਾਂ ਦਾ ਕੁੱਲ ਦੁਨੀਆ ਉੱਤੇ ਕਾਬੂ ਪਾਉਣ ਅਤੇ ਚਲਾਉਣ ਦਾ 250 ਸਾਲਾ ਉਦਮ ਨਸ਼ਟ ਹੋ ਜਾਵੇਗਾ। ਅਮਰੀਕਾ ਅਤੇ ਉਸ ਦੀ ਫੌਜ ਅਤੇ ਸਿਆਸਤ ਬੈਂਕਰਾਂ ਦੀ ਕਠਪੁਤਲੀ ਹੈ। ਗੈਰ ਯਹੂਦੀ ਖਲਕਤ ਬੇਸ਼ੱਕ ਲੱਖਾਂ ਕਰੋੜਾਂ ਵਿੱਚ ਮਰ ਜਾਵੇ, ਬੈਂਕਰਾਂ ਨੂੰ ਕੋਈ ਚਿੰਤਾ ਨਹੀਂ। ਉਹਨਾਂ ਨੂੰ ਕਿਸੇ ਦੇਸ਼ ਦੀ ਕੋਈ ਚਿੰਤਾ ਨਹੀਂ, ਨਾ ਕਦੇ ਪਹਿਲਾਂ ਹੋਈ ਹੈ ਨਾ ਅੱਜ ਹੈ।
ਦੁਨੀਆ ਬੈਂਕਰਾਂ ਦੀਆਂ ਨੀਤੀਆਂ ਕਾਰਨ ਸੱਚਮੁੱਚ ਇੱਕ ਭਿਆਨਕ ਮੋੜ ਉੱਤੇ ਖੜੀ ਹੈ। ਇਹ ਸੰਕਟ ਦਾ ਇੱਕੋ ਇੱਕ ਸਹੀ ਹੱਲ ਇਹ ਹੈ ਕਿ ਅਮਰੀਕੀ ਫੌਜ ਬੈਂਕਰਾਂ ਤੋਂ ਆਕੀ ਹੋ ਕੇ ਲੜਨ ਤੋਂ ਇਨਕਾਰ ਕਰ ਦੇਵੇ। ਅਮਰੀਕੀ ਫੌਜੀ ਸੰਵਿਧਾਨ ਲਈ ਸਹੁੰ ਖਾਂਦੇ ਹਨ, ਜੋ ਸੰਵਿਧਾਨ ਅੱਜ ਲੀਰੋ ਲੀਰ ਹੈ। ਫੌਜ ਅੱਜ ਪਹਾੜੇ ਦੇ ਟੱਟੂਆਂ ਦੀ ਹੈ, ਪਰ ਉਸ ਦੇ ਅੰਦਰ ਬੇਅੰਤ ਸੋਚਵਾਨ ਅਤੇ ਸੂਝਵਾਨ ਵੀ ਹਨ, ਜੋ ਅੱਜ ਦੀਆਂ ਤਬਾਹੀ ਵੱਲ ਜਾਂਦੀਆਂ ਨੀਤੀਆਂ ਦੀ ਵਿਰੋਧਤਾ ਕਰ ਸਕਦੇ ਹਨ। ਵੇਖੋ ਕੀ ਬਣਦਾ ਹੈ। ਜਦੋਂ ਸ਼ਕਤੀ ਅਤੇ ਤੇਲ ਦੀ ਗੱਲ ਤੋਰੀ ਜਾਂਦੀ ਹੈ ਤਾਂ ਉਦੋਂ ਲੜਾਈਆਂ ਅਤੇ ਤਬਾਹੀਆਂ ਦੀ ਗੱਲ ਆਪੇ ਸ਼ੁਰੂ ਹੋ ਜਾਂਦੀ ਹੈ। ਚਲੋ ਵਾਪਸ ਆਈਏ ਸ਼ਕਤੀ ਦੇ ਸੋਮੇ ਤੇਲ ਵੱਲ। ਜਿਵੇਂ ਪਹਿਲਾਂ ਦੱਸਿਆ ਹੈ, ਤੇਲ ਤਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਕੱਢਿਆ ਜਾ ਸਕਦਾ ਹੈ, ਇੱਥੋਂ ਤੱਕ ਕਿ ਅੰਮ੍ਰਿਤਸਰ ਜਾਂ ਦਿੱਲੀ ਦੇ ਹੇਠੋਂ ਵੀ। ਸ਼ਰਤ ਇਹ ਹੈ ਕਿ ਉਸ ਕੋਲ ਅੱਤ ਡੂੰਘਾ ਵਰਮਾਉਣ ਦੀ ਟੈਕਨੋਲੋਜੀ ਹੋਵੇ ਅਤੇ ਖਰਚਾ ਸਹਿਣ ਲਈ ਤਿਆਰ ਹੋਵੇ। ਪਰ ਇੱਕ ਵਾਰ 25-30 ਡੂੰਘੇ ਖੂਹ ਪੈਦਾਵਾਰ ਸ਼ੁਰੂ ਕਰ ਦੇਣ ਤਾਂ ਲਹਿਰ ਬਹਿਰ ਹੋ ਸਕਦੀ ਹੈ। ਇਸ ਵੇਲੇ ਸਾਡੇ ਦੇਸ਼ ਅੰਦਰ ਕੇਵਲ ਮਿੱਠੇ ਤੇਲ ਦੀ ਭਾਲ ਹੈ। ਆਜ਼ਾਦੀ ਵੇਲੇ ਸਾਨੂੰ ਦੱਸਿਆ ਗਿਆ ਸੀ ਕਿ ਅਸਾਮ ਨੂੰ ਛੱਡ ਕੇ ਹੋਰ ਕਿਤੇ ਤੇਲ ਹੈ ਹੀ ਨਹੀਂ। ਇਸ ਭਰਮ ਨੂੰ ਮਿਟਾਉਣ ਲਈ ਸ਼ੁਰੂ ਵਿੱਚ ਰੋਮਾਨੀਆ ਅਤੇ ਸੋਵੀਅਤ ਸੰਘ ਨੇ ਸਾਡੀ ਮਦਦ ਕੀਤੀ। ਹੁਣ ਚੋਖਾ ਤੇਲ ਨਿਕਲ ਰਿਹਾ, ਪਰ ਸਾਡੀਆਂ ਲੋੜਾਂ ਤੋਂ ਬਹੁਤ ਘੱਟ। ਵੀਅਤਨਾਮ ਨੂੰ ਜੰਗ ਨਾਲ ਬਰਬਾਦ ਕਰਨ ਉਪਰੰਤ ਪੱਛਮੀ ਸ਼ਕਤੀਆਂ ਨੇ ਸਮਝਾਇਆ ਕਿ ਉੱਥੇ ਕੋਈ ਵੀ ਲਾਭਦਾਇਕ ਕੁਦਰਤੀ ਵਸੀਲੇ ਨਹੀਂ ਹਨ। ਰੂਸ ਨੇ ਕਿਹਾ ਕਿ ਅਮਰੀਕੀ ਝੂਠ ਬੋਲਦੇ ਹਨ ਅਤੇ ਉਹ ਵੀਅਤਨਾਮੀਆਂ ਨੂੰ ਤੇਲ ਕੱਢ ਕੇ ਵਿਖਾਉਣਗੇ। ਵੀਅਤਨਾਮ ਕੋਲ ਇਸ ਮਹਿੰਗੇ ਕੰਮ ਲਈ ਨਕਦੀ ਕਿੱਥੇ ਸੀ? ਇੱਕ ਸਾਂਝੀ ਕੰਪਨੀ ਬਣਾਈ ਗਈ ਜਿਸ ਨੇ ਕਾਮਯਾਬੀ ਦੀ ਸੂਰਤ ਵਿੱਚ ਕਮਾਈ ਨੂੰ ਹਿਸਾਬ ਨਾਲ ਵੰਡਣਾ ਸੀ। ਅੱਜ ਟਾਈਗਰ ਫੀਲਡ ਵਿੱਚੋਂ ਬੇਅੰਤ ਤੇਲ ਨਿਕਲ ਰਿਹਾ ਹੈ ਅਤੇ ਵੀਅਤਨਾਮੀ ਵੀ ਸਵੈਮਾਨ ਨਾਲ ਸਿਰ ਉੱਚਾ ਕਰ ਸਕਦੇ ਹਨ। ਹੁਣ ਉਹ ਭਿੱਖ ਮੰਗੇ ਨਹੀਂ। ਹੁਣ ਟੁੱਟੀ ਗੰਢਣ ਲਈ ਅਮਰੀਕੀ ਸੈਨੇਟਰ ਅਤੇ ਕਾਂਗਰਸ ਮੈਂਬਰ ਹੋ ਚੀ ਮਿਨ ਸ਼ਹਿਰ ਦੀ ਯਾਤਰਾ ਕਰਦੇ ਰਹਿੰਦੇ ਹਨ। ਇੱਥੋਂ ਤੱਕ ਕਿ ਪ੍ਰਧਾਨ ਬੁਸ਼ ਵੀ ਇੱਕ ਵਾਰ ਜ਼ਿਆਰਤ ਕਰ ਆਇਆ। ਇਸ ਨੂੰ ਕਹਿੰਦੇ ਹਨ ਤੇਲ ਦੀ ਸ਼ਕਤੀ। ਇਹੀ ਦੇਸ਼ ਸੀ ਅਮਰੀਕਾ ਦੇ ਕਹਿਣ ਅਨੁਸਾਰ ਤੇਲੋਂ ਉਜੜਿਆ ਦੇਸ਼। ਅੱਜ ਵੀਅਤਨਾਮ ਆਪਣੇ ਡੂੰਘੇ ਖੂਹਾਂ ਵਿੱਚੋਂ ਹਰ ਰੋਜ਼ 3.5 ਲੱਖ ਬੈਰਲ ਤੇਲ ਕੱਢ ਰਿਹਾ ਹੈ। ਭਾਰਤ, ਜੋ ਵੀ ਵੀਅਤਨਾਮ ਨਾਲੋਂ ਕਿਤੇ ਵੱਧ ਵਿਸ਼ਾਲ ਅਤੇ ਵਿਕਸਿਤ ਹੈ, ਕਰੀਬ 8,80,000 ਬੈਰਲ ਤੇਲ ਕੱਢਦਾ ਹੈ। ਸਾਡੀ ਪੈਦਾਵਾਰ ਲੋੜ ਦੇ ਨਾਲੋਂ ਕਿਤੇ ਘੱਟ ਹੈ। ਚੀਨ ਦੀ ਰੋਜ਼ਾਨਾ ਪੈਦਾਵਾਰ 39 ਲੱਖ ਬੈਰਲ ਹੈ, ਜੋ ਉਸ ਦੀ ਅੱਜ ਕੱਲ੍ਹ ਦੀ ਦੌੜ ਨਾਲੋਂ ਕਿਤੇ ਘੱਟ ਹੈ। ਵੀਅਤਨਾਮ ਵਾਂਗ ਰੂਸ ਨੇ ਚੀਨ ਅੰਦਰ ਵੀ ਡੂੰਘੇ ਖੂਹ ਵਰਮਾਉਣੇ ਸ਼ੁਰੂ ਕੀਤੇ ਸਨ। ਇਸ ਵੇਲੇ ਇਹ ਪਤਾ ਨਹੀਂ ਕਿ ਪੈਦਾਵਾਰ ਅੰਦਰ ਡੂੰਘੇ ਖੂਹਾਂ ਦਾ ਹਿੱਸਾ ਕਿੰਨਾ ਹੈ। ਰੂਸ ਉੱਤਰੀ ਕੋਰੀਆ ਦੀ ਮਦਦ ਉੱਤੇ ਵੀ ਪੁੱਜਾ ਸੀ। ਇਸ ਵੇਲੇ ਉੱਥੋਂ ਦੇ ਤੇਲ ਦੀ ਪੈਦਾਵਾਰ ਕੇਵਲ 12,000 ਬੈਰਲ ਪ੍ਰਤੀ ਦਿਨ ਹੈ। ਭਾਰਤ ਵਿੱਚ ਪਹਿਲੀ ਵਾਰ ਤੇਲ 1867 ਸਨ ਵਿੱਚ ਅਸਾਮ ਵਿੱਚੋਂ ਮਿਲਿਆ। 1948 ਵਿੱਚ ਇੱਥੋਂ 25,000 ਟਨ ਤੇਲ ਹਰ ਸਾਲ ਕੱਢਿਆ ਜਾਂਦਾ ਸੀ। ਯਾਦ ਰਹੇ, ਇੱਕ ਟਨ ਵਿੱਚ 7.2 ਬੈਰਲ ਤੇਲ ਹੁੰਦਾ ਹੈ। ਇਸ ਹਿਸਾਬ ਹਰ ਰੋਜ਼ ਕਰੀਬ 4900 ਬੈਰਲ ਤੇਲ ਨਿਕਲਦਾ ਸੀ। ਬੇਅੰਤ ਕੋਸ਼ਿਸ਼ਾਂ ਦੇ ਨਾਲ 1980 ਦੇ ਵਿੱਚ ਅਸੀਂ 1,82,000 ਬੈਰਲ ਅਤੇ 1983 ਵਿੱਚ 4,80,000 ਬੈਰਲ ਪ੍ਰਤੀ ਦਿਨ ਉੱਤੇ ਪਹੁੰਚੇ, ਜੋ ਇੱਕ ਵੱਡੀ ਸਫਲਤਾ ਹੈ। ਡੂੰਘੇ ਖੂਹ ਪੁੱਟਣ ਵਿੱਚ ਰੂਸ ਨੂੰ ਪਹਿਲੀ ਸਫਲਤਾ 1970 ਤੋਂ ਪਿੱਛੋਂ ਹੋਈ। 1982 ਤੱਕ ਉਸ ਦੇ ਕੋਲ ਆਪਣੇ ਥੋੜੇ ਹੀ ਡੂੰਘੇ ਖੂਹ ਸਨ। ਉਸ ਸਮੇਂ ਤੇਲ ਅਤੇ ਗੈਸ ਦੀ ਭਾਰਤੀ ਖੋਜ ਵਿੱਚ ਭਾਰਤ ਰੂਸੀ ਇਨਕਲਾਬੀ ਮਿਲਵਰਤਨ ਜ਼ੋਰਾਂ ਤੇ ਸੀ। ਇਸ ਤੋਂ ਛੁੱਟ ਰੂਸ ਨੂੰ ਨਵੀਂ ਤਕਨਾਲੋਜੀ ਦੀ ਪ੍ਰਾਪਤੀ ਦਾ ਢੰਡੋਰਾ ਪਿੱਟਣ ਦੀ ਵੀ ਲੋੜ ਸੀ। ਭਾਰਤ ਅੰਦਰ ਪਹਿਲਾ ਡੂੰਘਾ ਖੂਹ ਉਪਜਾਉਣ ਲਈ 1983 ਵਿੱਚ ਗੰਗਾ ਮੁਹਾਣੇ ਵਿੱਚ ਡ੍ਰਿਲਿੰਗ ਰਿਗ ਖੜਾ ਕੀਤਾ ਗਿਆ। ਧਰਤੀ ਨੂੰ 22,000 ਫੁੱਟ ਡੂੰਘੇ ਵਰਮਾ ਕੇ ਤੇਲ ਕੱਢਣ ਦਾ ਸੋਚ ਤੋਂ ਉੱਤੇ ਦਾ ਕਾਰਨਾਮਾ ਪੂਰਾ ਕੀਤਾ ਜਾਣਾ ਸੀ। ਇਸ ਤੇਲ ਦੇ ਖੂਹ ਦਾ ਨਾਂ ਸੀ ਬੋਦਰਾ ਨੰਬਰ 3, ਜਿਸ ਦੀ ਨਜ਼ਰਸਾਨੀ ਮਾਸਕੋ ਇੰਸਟੀਚਿਊਟ ਆਫ ਡ੍ਰਿਲਿੰਗ ਦੇ ਚੋਟੀ ਦੇ ਮਾਹਰਾਂ ਵੱਲੋਂ ਕੀਤੀ ਜਾ ਰਹੀ ਸੀ। ਇਸ ਕਾਰਜ ਨੂੰ ਨੇਪਰੇ ਚੜਾਉਣ ਲਈ ਕੇਵਲ ਇੱਕੋ ਇੱਕ ਪੱਛਮੀ ਮਾਹਰ ਸੀ, ਜੋ ਆਸਟ੍ਰੇਲੀਆ ਦਾ ਵਾਸੀ ਸੀ।
ਅਮਰੀਕਨ CIA ਦੀ ਪੂਰੀ ਅੱਖ ਇਸ ਪ੍ਰੋਜੈਕਟ ਦੇ ਉੱਤੇ ਸੀ। ਅਜੇ ਕੰਮ ਅੱਧ ਤੱਕ ਹੀ ਪਹੁੰਚਿਆ ਸੀ ਕਿ ਇਸ ਦੀ ਤੋੜ ਫੋੜ ਕਰਵਾ ਦਿੱਤੀ ਗਈ। ਸਰਕਾਰ ਨੂੰ ਇੰਜ ਪਲੋਸ ਲਿਆ ਗਿਆ ਕਿ ਕਮਿਊਨਿਸਟ ਪੱਛਮੀ ਬੰਗਾਲ ਅੰਦਰੋਂ ਤੇਲ ਕੱਢਣਾ ਖਤਰੇ ਤੋਂ ਖਾਲੀ ਨਹੀਂ। ਆਸਟ੍ਰੇਲੀਆ ਮਾਰ ਘਰੋਂ ਛੁੱਟੀ ਤੋਂ ਪਰਤਿਆ ਤਾਂ ਆਉਂਦਿਆਂ ਨੂੰ ਤਬਾਹੀ ਨਜ਼ਰ ਆਈ। ਤੇਲ ਦੀ ਕਮੀ ਕਿਤੇ ਵੀ ਨਹੀਂ। ਡੂੰਘਾ ਤੇਲ ਕੱਢਣ ਉੱਤੇ ਸਮਾਂ ਜ਼ਿਆਦਾ ਲੱਗਦਾ ਹੈ ਅਤੇ ਕਾਫੀ ਖਰਚੀਲਾ ਵੀ ਹੈ। ਜਿਸ ਤੇਜ਼ੀ ਦੇ ਨਾਲ ਅਮਰੀਕਾ ਦੇ ਅੰਦਰ ਤੇਲ ਦੀ ਵਰਤੋਂ ਵੱਧ ਰਹੀ ਸੀ, ਉਸ ਨੂੰ ਤੇਲ ਕੱਢਣ ਦਾ ਇਹ ਢੰਗ ਰਾਸ ਨਹੀਂ ਸੀ ਆਉਂਦਾ। ਆਪਣੇ ਦੇਸ਼ ਅੰਦਰ ਹਜ਼ਾਰਾਂ ਡੂੰਘੇ ਖੂਹ ਵਰਮਾਉਣ ਦੀ ਥਾਂ ਉਸ ਲਈ ਅਤਿਅੰਤ ਸੌਖਾ ਸੀ ਕਿ ਫੌਜਾਂ ਅਤੇ ਜਹਾਜ਼ਾਂ ਉੱਤੇ ਖਰਚ ਕਰਕੇ ਮੱਧ ਏਸ਼ੀਆ ਦੇ ਤੇਲ ਸੋਮਿਆਂ ਉੱਤੇ ਕਬਜ਼ਾ ਕਰ ਲਿਆ ਜਾਵੇ। ਤੇਲ ਧਰਤੀ ਦੇ ਡੂੰਘੇ ਕੜ ਅੰਦਰ ਆਪਣੇ ਆਪ ਬਣ ਕੇ ਉੱਪਰ ਵੱਲ ਉੱਠਦਾ ਹੈ, ਜਿੱਥੋਂ ਉਹ ਤੇਲ ਖੂਹਾਂ ਰਾਹੀਂ ਕੱਢ ਲਿਆ ਜਾਂਦਾ ਹੈ। ਤੇਲ ਦੀਆਂ ਕੀਮਤਾਂ ਵਧਾਉਣ ਜਾਂ ਉੱਚੀਆਂ ਰੱਖਣ ਲਈ ਜ਼ਰੂਰੀ ਹੈ ਕਿ ਕੂੜ ਪ੍ਰਚਾਰ ਨਾਲ ਲੋਕਾਂ ਅੰਦਰ ਸਹਿਮ ਪਾ ਕੇ ਰੱਖਿਆ ਜਾਵੇ ਕਿ ਤੇਲ ਜੀਵ ਉਪਜ ਹੈ, ਜਿਸ ਦੇ ਭੰਡਾਰ ਆਉਂਦੇ ਸਮਿਆਂ ਵਿੱਚ ਮੁੱਕੇ ਕੇ ਮੁੱਕੇ। ਇਹੀ ਸਹਿਮ ਸਾਡੇ ਜਿਹੇ ਦੇਸ਼ਾਂ ਉੱਤੇ ਠੋਸਿਆ ਜਾਂਦਾ ਹੈ ਕਿ ਤੇਲ ਸ਼ਕਤੀ ਤਾਂ ਮੁੱਕ ਹੀ ਜਾਣੀ ਹੈ, ਨਾਲ ਹੀ ਇਸ ਨਾਲ ਕਾਰਬਨ ਡਾਈਆਕਸਾਈਡ ਜਿਹੀ ਜ਼ਹਿਰੀਲੀ ਚੀਜ਼ ਪੈਦਾ ਹੁੰਦੀ ਹੈ। ਨਿਰਾ ਪੂਰਾ ਝੂਠ ਹੈ। ਕਾਰਬਨ ਡਾਈਆਕਸਾਈਡ ਜ਼ਿੰਦਗੀ ਦਾ ਆਧਾਰ ਹੈ। ਇਸ ਲਈ ਸਾਨੂੰ ਬਿਜਲੀ ਦੀ ਸ਼ਕਤੀ ਲਈ ਵੱਧ ਤੋਂ ਵੱਧ ਪਰਮਾਣੂ ਟੈਕਨੋਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਜ ਕੱਲ੍ਹ 94 ਦੇਸ਼ਾਂ ਦੇ ਅੰਦਰ ਜੀ ਪ੍ਰਤੀ ਬਿਜਲੀ ਦੀ ਖਪਤ ਵਾਟਾਂ ਵਿੱਚ ਹੇਠ ਲਿਖੇ ਅਨੁਸਾਰ ਹੋ ਰਹੀ ਹੈ। ਅਮਰੀਕਾ 10,381, ਰੂਸ 5,890, ਚੀਨ 1,516, ਭਾਰਤ 682, ਪਾਕਿਸਤਾਨ 606 ਅਤੇ ਨੇਪਾਲ 447 ਵਾਟ। ਬਿਜਲੀ ਪੈਦਾ ਕਰਨ ਲਈ ਭਾਰਤ, ਚੀਨ ਅਤੇ ਅਮਰੀਕਾ ਦੇ ਅੰਦਰ ਤਾਪ ਬਿਜਲੀ ਘਰਾਂ, ਕੋਲਾ, ਤੇਲ ਜਾਂ ਗੈਸ ਬਾਲਣ ਵਾਲੇ ਦੀ ਵਰਤੋਂ ਕ੍ਰਮਵਾਰ 65%, 83% ਅਤੇ 70% ਕੀਤੀ ਜਾਂਦੀ ਹੈ। ਜ਼ਾਹਰ ਹੈ ਕਿ ਭਾਰਤ ਤੇ ਚੀਨ ਰਲ ਕੇ ਵੀ ਅਮਰੀਕਾ ਦਾ ਇੱਕ ਪਾਸਕੂ ਹੀ ਬਣਦੇ ਹਨ। ਭਾਰਤ ਦੇ ਕੋਲ ਆਪਣਾ ਬੇਅੰਤ ਕੋਲਾ ਹੈ। ਆਪਣੀ 100 ਸਾਲਾਂ ਤੋਂ ਵੱਧ ਹੰਢੀ ਵਰਤੀ ਤੇ ਜਾਣੀ ਪਛਾਣੀ ਟੈਕਨੋਲੋਜੀ ਹੈ। ਥਰਮਲ ਪਲਾਂਟ ਖੜੇ ਵੀ ਜਲਦੀ ਹੁੰਦੇ ਹਨ। ਬਾਹਰੋਂ ਇੱਕ ਧੇਲੇ ਦੀ ਚੀਜ਼ ਖਰੀਦਣ ਦੀ ਲੋੜ ਨਹੀਂ ਅਤੇ ਆਲੇ ਦੁਆਲੇ ਵੱਧਦੀ ਖਲਕਤ ਨੂੰ ਕਿਸੇ ਸਨਅਤੀ ਹਾਦਸੇ ਦਾ ਖਤਰਾ ਨਹੀਂ। ਪੰਜਾਬ ਅੰਦਰ ਚੱਲਦੇ ਸਭ ਥਰਮਲ ਪਲਾਂਟ ਸ਼ਹਿਰਾਂ ਦੇ ਕੋਲ ਹਨ। ਥਰਮਲ ਪਲਾਂਟ ਤੇਲ ਨਾਲ ਵੀ ਚੱਲ ਸਕਦੇ ਹਨ, ਪਰ ਉਸ ਲਈ ਸਾਨੂੰ ਡੂੰਘੇ ਤੇਲ ਖੂਹ ਵਰਮਾਉਣ ਲਈ ਰੂਸ ਦੀ ਮਦਦ ਲੈਣੀ ਪਵੇਗੀ। ਇੱਕ ਵਾਰ ਡੂੰਘੇ ਖੂਹਾਂ ਦਾ ਸਿਲਸਿਲਾ ਚਾਲੂ ਹੋ ਗਿਆ ਤਾਂ ਸਦਾ ਲਈ ਲਹਿਰ ਬਹਿਰ ਹੋ ਸਕਦੀ ਹੈ। ਕਈ ਮੁਹਾਜ਼ਾਂ ਉੱਤੇ ਅਮਰੀਕਾ ਅੰਦਰ 30 ਕੰਪਨੀਆਂ 104 ਪਰਮਾਣੂ ਬਿਜਲੀ ਘਰ ਚਲਾ ਰਹੀਆਂ ਹਨ। 16 ਪਰਮਾਣੂ ਬਿਜਲੀ ਘਰ ਨਾ ਜਾਣੇ ਕਿਹੜੇ ਕਾਰਨਾਂ ਕਰਕੇ ਬੰਦ ਹਨ। ਅਮਰੀਕਾ ਵਿਸ਼ਾਲ ਦੇਸ਼ ਹੈ। ਅਜਿਹੇ ਬਿਜਲੀ ਘਰ ਵਸੋਂ ਤੋਂ ਦੂਰ ਬਣਾਏ ਜਾਂਦੇ ਹਨ। ਅਮਰੀਕਾ ਅੰਦਰ ਆਖਰੀ ਪਰਮਾਣੂ ਬਿਜਲੀ ਘਰ 1996 ਵਿੱਚ ਚੱਲਿਆ ਸੀ। ਉਸ ਪਿੱਛੋਂ ਚੁੱਪ ਚਾਂ ਹੈ। ਪਰਮਾਣੂ ਬਿਜਲੀ ਉਸਾਰੂ ਕੰਪਨੀਆਂ ਕੰਮਾਂ ਤੋਂ ਬਿਨਾਂ ਡਾਢੀਆਂ ਸੰਕਟ ਵਿੱਚ ਹਨ। ਕੁੱਲ ਦੁਨੀਆ ਅੰਦਰ ਹਾਲਾਂ ਤੱਕ ਪਰਮਾਣੂ ਸ਼ਕਤੀ ਨਾਲ ਜੁੜੇ ਇੱਕ ਸਵਾਲ ਦਾ ਜਵਾਬ ਨਹੀਂ ਮਿਲ ਸਕਿਆ। ਉਹ ਇਹ ਹੈ ਕਿ ਪਰਮਾਣੂ ਸਨਅਤਕਾਰੀ ਵਿੱਚ ਉਤਪੰਨ ਹੋਏ ਰੇਡੀਓ ਐਕਟਿਵ ਕੂੜੇ ਨੂੰ ਸਦਾ ਲਈ ਕਿਸ ਤਰ੍ਹਾਂ ਨਿਪਟਾਇਆ ਜਾਵੇ ਕਿ ਆਉਣ ਵਾਲੀਆਂ ਪੁਸ਼ਤਾਂ ਸੈਂਕੜੇ, ਹਜ਼ਾਰਾਂ ਅਤੇ ਲੱਖਾਂ ਸਾਲਾਂ ਲਈ ਇਸ ਦੀ ਰੇਡੀਏਸ਼ਨ ਤੋਂ ਬਚ ਸਕਣ। ਕੁੱਲ ਪਰਮਾਣੂ ਸ਼ਕਤੀ ਦੇਸ਼ ਆਪਣੇ ਕਈ ਇਲਾਕਿਆਂ ਨੂੰ ਸਦਾ ਲਈ ਰੇਡੀਏਸ਼ਨ ਦੇ ਨਾਲ ਉਜਾੜ ਚੁੱਕੇ ਹਨ। ਕਈ ਪੱਛਮੀ ਦੇਸ਼ ਪਛੜੇ ਦੇਸ਼ਾਂ ਦੇ ਅੰਦਰ ਜਾਂ ਲਾਗਲੇ ਸਮੁੰਦਰਾਂ ਵਿੱਚ ਪਰਮਾਣੂ ਕੂੜਾ ਖਿਲਾਰ ਆਉਂਦੇ ਹਨ। ਇਹ ਕੋਈ ਸ਼ਰਾਫਤ ਵਾਲੀ ਗੱਲ ਨਹੀਂ। ਇਸ ਮੌਕੇ ਈਰਾਨ ਦੀ ਕਹਾਣੀ ਬਹੁਤ ਢੁਕਦੀ ਹੈ। 1953 ਵਿੱਚ ਅਮਰੀਕਨ CIA ਨੇ ਲੋਕਾਂ ਦੇ ਚੁਣੇ ਹੋਏ ਈਰਾਨੀ ਪ੍ਰਧਾਨ ਮੰਤਰੀ ਮੁਸੱਦਕ ਨੂੰ ਢਾਹ ਕੇ ਕਤਲ ਕਰਵਾਇਆ ਅਤੇ ਉਸ ਦੀ ਥਾਂ ਬਾਦਸ਼ਾਹ ਜਾਂ ਸ਼ਾਹ ਰਜ਼ਾ ਪਹਿਲਵੀ ਨੂੰ ਤਾਜ ਪਹਿਨਾ ਦਿੱਤਾ। ਸ਼ਾਹ ਤਾਂ ਖਿਡੌਣਾ ਹੀ ਆਪਣਾ ਸੀ। ਉਸ ਦੇ ਮੂੰਹ ਵਿੱਚੋਂ ਫਰਮਾਇਆ ਗਿਆ, ਤੇਲ ਅਤਿਅੰਤ ਕੀਮਤੀ ਚੀਜ਼ ਹੈ ਅਤੇ ਉਹ ਦਿਨ ਦੂਰ ਨਹੀਂ ਕਿ ਇਹ ਖਤਮ ਹੋ ਜਾਵੇਗਾ। ਇਸ ਲਈ ਸ਼ਾਹ ਨੇ ਸੰਨ 2000 ਤੱਕ 23 ਪਰਮਾਣੂ ਬਿਜਲੀ ਘਰ ਉਸਾਰਨ ਦਾ ਪ੍ਰੋਗਰਾਮ ਛਾਪ ਦਿੱਤਾ। ਪੱਛਮੀ ਦੇਸ਼ਾਂ ਸਮੇਤ ਅਮਰੀਕਾ ਦੀਆਂ
ਸਨਅਤੀ ਗਿਰਜਾਂ ਈਰਾਨ ਉੱਤੇ ਮੰਡਰਾਉਣ ਲੱਗ ਪਈਆਂ ਅਤੇ ਅਰਬਾਂ ਹੀ ਡਾਲਰ ਖਰਚੇ ਜਾਣ ਲੱਗ ਪਏ। ਪ੍ਰਧਾਨ ਆਈਜ਼ਨਹਾਵਰ ਨੇ ਐਟਮ ਫਾਰ ਪੀਸ ਭਾਵ ਪਰਮਾਣੂ ਸ਼ਾਂਤੀ ਲਈ ਦਾ ਨਾਅਰਾ ਕੱਢ ਲਿਆ। ਥਾਂ ਥਾਂ ਉੱਤੇ ਕੰਮ ਚਾਲੂ ਹੋ ਗਿਆ। 1979 ਵਿੱਚ ਸ਼ਾਹ ਦੇ ਅਤਿਅੰਤ ਜ਼ੁਲਮਾਂ ਦੇ ਮਾਰੇ ਈਰਾਨ ਵਿੱਚ ਇਨਕਲਾਬ ਹੋ ਗਿਆ, ਜਿਸ ਕਾਰਨ ਸ਼ਾਹ ਨੂੰ ਦੇਸ਼ੋਂ ਬਾਹਰ ਭੱਜਣਾ ਪਿਆ। ਨਵੀਂ ਸਰਕਾਰ ਨੇ ਰੁਕੇ ਹੋਏ ਪਰਮਾਣੂ ਬਿਜਲੀ ਘਰਾਂ ਦੇ ਕੰਮ ਜਾਰੀ ਕਰਨੇ ਚਾਹੇ ਤਾਂ ਪੱਛਮੀ ਮਿਲਵਰਤਨ ਬੰਦ ਹੋ ਗਿਆ। ਮੁੱਲ ਤਾਰੇ ਹੋਏ ਪਰਮਾਣੂ ਸਮਾਨ ਉੱਤੇ ਵੀ ਪੂਰਨ ਪਾਬੰਦੀ ਲੱਗ ਗਈ, ਜੋ ਅਜੇ ਤੱਕ ਜਾਰੀ ਹੈ। ਲੱਖ ਯਤਨਾਂ ਦੇ ਬਾਵਜੂਦ ਇੱਕੋ ਇੱਕ ਬਿਜਲੀ ਘਰ ਬੁਸ਼ਹਰ ਸਨ 2010 ਤੱਕ ਵੀ ਚਾਲੂ ਨਹੀਂ ਹੋਇਆ। ਈਰਾਨ ਦੇਸ਼ ਦਾ ਕਿੰਨਾ ਸਰਮਾਇਆ ਬਰਬਾਦ ਹੋਇਆ, ਕਿਆਸ ਤੋਂ ਬਾਹਰ ਹੈ। ਸੋਚਣ ਵਾਲੀ ਗੱਲ ਇੱਕੋ ਹੀ ਹੈ ਕਿ ਬੇਅੰਤੋ ਬੇਅੰਤ ਤੇਲ ਮਾਲਕ ਨੂੰ ਜਦੋਂ ਤੇਲੋਂ ਚੱਲਦੇ ਬਿਜਲੀ ਘਰ ਬਣਾ ਕੇ ਦੇਣ ਦੀ ਥਾਂ ਉਸ ਨੂੰ ਪਰਮਾਣੂ ਬਿਜਲੀ ਦੀ ਸੜਕ ਉੱਤੇ ਤੋਰ ਦਿੱਤਾ ਜਾਵੇ ਤਾਂ ਸਮਝੋ ਦਾਲ ਵਿੱਚ ਕੁਝ ਕਾਲਾ ਹੈ। ਅਮਰੀਕਾ ਦਾ ਆਪਣਾ ਪਹਿਲਾ ਵੱਡਾ ਪਰਮਾਣੂ ਬਿਜਲੀ ਘਰ 1961 ਵਿੱਚ ਚਾਲੂ ਹੋਇਆ ਸੀ ਅਤੇ ਆਖਰੀ 1996 ਵਿੱਚ। ਭਾਰਤ ਵਿੱਚ ਕੋਲੇ ਦੇ ਬੇਅੰਤੋ ਬੇਅੰਤ ਭੰਡਾਰ ਹਨ, ਜਿਹੜੇ ਟਿੱਲ ਦਾ ਜ਼ੋਰ ਲਾਇਆ ਵੀ ਕਈ ਸੈਂਕੜੇ ਸਾਲਾਂ ਤੱਕ ਨਹੀਂ ਮੁੱਕਣੇ। ਸਾਨੂੰ ਪੜ੍ਹਾਇਆ ਜਾ ਰਿਹਾ ਹੈ ਅਤੇ ਜਾ ਚੁੱਕਾ ਹੈ ਕਿ ਬੱਚਿਓ, ਕੋਲਾ ਬਾਲਣਾ ਬਹੁਤ ਬੁਰੀ ਚੀਜ਼ ਹੈ। ਇਸ ਦੇ ਨਾਲ ਬਿਜਲੀ ਘਰ ਨਹੀਂ ਬਣਾਉਣੇ ਚਾਹੀਦੇ, ਕਿਉਂਕਿ ਵਾਤਾਵਰਣ ਖਰਾਬ ਹੋ ਜਾਂਦਾ ਹੈ। ਕਾਰਬਨ ਡਾਈਆਕਸਾਈਡ ਨਿਕਲਦੀ ਹੈ, ਧਰਤੀ ਗਰਮ ਹੋਣ ਲੱਗ ਪਈ ਹੈ ਅਤੇ ਤਬਾਹੀ ਦੇ ਕੰਢੇ ਤੇ ਆ ਗਈ। ਉੱਤਰੀ ਅਤੇ ਦੱਖਣੀ ਧਰੁਵਾਂ ਤੋਂ ਕਰੋੜਾਂ ਸਾਲਾਂ ਦੀ ਜੰਮੀ ਬਰਫ਼ ਪੰਘਰ ਰਹੀ ਹੈ। ਹਿਮਾਲਿਆ ਦੇ ਗਲੇਸ਼ੀਅਰ ਪੰਘਰ ਰਹੇ ਹਨ। ਇੱਕ ਮਾਰੂ ਗਰਮੀ ਦਾ ਯੁੱਗ ਆ ਰਿਹਾ ਹੈ। ਅੱਗੋਂ ਖੇਤੀ ਨੂੰ ਛੱਡ ਕੇ ਪੀਣ ਵਾਲਾ ਪਾਣੀ ਵੀ ਨਹੀਂ ਮਿਲਣਾ। ਇਹ ਸਭ ਗੱਲਾਂ ਸਾਨੂੰ ਸੁਣਾਉਣ ਅਤੇ ਡਰਾਉਣ ਲਈ ਹਨ। ਸਾਨੂੰ ਪੜ੍ਹਾਉਣ ਵਾਲੇ ਇਹ ਨਹੀਂ ਦੱਸਦੇ ਕਿ ਸਾਡੇ ਨਾਲੋਂ 20 ਗੁਣਾ ਵੱਧ ਕੋਲਾ ਤਾਂ ਉਹ ਆਪ ਅਮਰੀਕਾ ਵਿੱਚ ਬਾਲ ਰਹੇ ਹਨ। ਜੇ ਪੂਰੇ ਪੱਛਮੀ ਦੇਸ਼ ਨਾਲ ਰਲਾ ਲਏ ਜਾਣ ਤਾਂ ਉਹਨਾਂ ਦੀ ਕੁੱਲ ਕੋਲਾ ਵਰਤੋਂ ਭਾਰਤ ਦੇ ਨਾਲੋਂ 50 ਗੁਣਾ ਦੇ ਕਰੀਬ ਹੋ ਸਕਦੀ ਹੈ। ਸਾਨੂੰ ਸਬਕ ਇਹ ਸਿਖਾਇਆ ਜਾ ਰਿਹਾ ਹੈ ਕਿ ਭਾਰਤ ਤੇਜ਼ੀ ਨਾਲ ਕਿਹੜੀ ਤੇਜ਼ੀ ਕੋਲੇ ਦੀ ਵਰਤੋਂ ਵਧਾ ਕੇ ਕੁੱਲ ਦੁਨੀਆ ਦੇ ਵਾਤਾਵਰਣ ਨੂੰ ਵਿਗਾੜ ਰਿਹਾ ਹੈ ਅਤੇ ਇਸ ਤੋਂ ਬਾਜ਼ ਆਉਣਾ ਚਾਹੀਦਾ। ਉਸ ਦਾ ਹੱਲ ਪ੍ਰਧਾਨ ਬੁਸ਼ ਅਤੇ ਸਕੱਤਰ ਕੰਡਲੀਜ਼ਾ ਰਾਈਸ ਨੇ ਕੁਰਸੀਆਂ ਮਿਲਦਿਆਂ ਹੀ ਭਾਰਤ ਨੂੰ ਪਰਮਾਣੂ ਬਿਜਲੀ ਦੀ ਸੜਕ ਵੱਲ ਧੱਕਣਾ ਸ਼ੁਰੂ ਕਰ ਦਿੱਤਾ। ਅਖੇ ਸਾਫ਼ ਸੁਥਰੀ ਪਰਮਾਣੂ ਬਿਜਲੀ ਉਪਜਾਓ ਅਤੇ ਪ੍ਰਭੂ ਦੇ ਗੁਣ ਗਾਓ। ਅਖੇ ਹੁਣੇ ਹੀ ਫੈਸਲਾ ਕਰ ਲਵੋ, ਨਹੀਂ ਤਾਂ ਪਰਮਾਣੂ ਦੀ ਸ਼ਕਤੀ ਬਸ ਚੱਲੀ ਜੇ। ਇਸ ਮੁੜ ਵਾਪਸ ਨਹੀਂ ਜੇ ਆਉਣਾ। ਪਰਮਾਣੂ ਬਿਜਲੀ ਘਰ ਦੀ ਉਸਾਰੀ ਵੱਲ ਉਲਾਰ ਕਰਵਾ ਕੇ ਕੀ ਭਾਰਤ ਦੀ ਦੋਸਤਾਨਾ ਮਦਦ ਕੀਤੀ ਗਈ ਹੈ ਜਾਂ ਬਸਤੀਵਾਦ ਦੇ ਨਵੇਂ ਢੰਗਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ। ਜੇ ਉਹ ਅਤਿਅੰਤ ਢੇਰ ਸਾਰੀ ਬਿਜਲੀ ਆਪ ਕੋਲਾ ਆਦਿ ਬਾਲ ਕੇ ਪੈਦਾ ਕਰਦੇ ਨੇ ਤਾਂ ਸਾਨੂੰ ਕਿਉਂ ਵਰਜਿਆ ਜਾ ਰਿਹਾ? ਇਜ਼ਾਰਾਦਾਰ ਅਤੇ ਸਾਮਰਾਜ ਕਿਸੇ ਦੇ ਸੱਚੇ ਮਿੱਤਰ ਹੋਣ, ਐਸਾ ਨਾ ਕਦੇ ਪਹਿਲਾਂ ਹੋਇਆ ਹੈ ਤੇ ਨਾ ਹੀ ਅੱਜ ਹੋਣਾ। ਉਹਨਾਂ ਦੀਆਂ ਮੋਮੋ ਠੱਗਣੀਆਂ ਕਿਵੇਂ ਭਾਰਤ ਇੱਕ ਸੁਪਰ ਪਾਵਰ ਬਣ ਜਾ ਰਿਹਾ ਹੈ ਦੀ ਫੂਕ ਜੇ ਅਸੀਂ ਛਕ ਜਾਈਏ ਤਾਂ ਸਾਡੇ ਨਾਲੋਂ ਭੋਲਾ, ਅਣਜਾਣ ਅਤੇ ਉੱਲੂ ਦੇਸ਼ ਹੋਰ ਕੋਈ ਹੋ ਨਹੀਂ ਸਕਦਾ। ਮੇਰੀ ਤੁਸ਼ ਬੁੱਧੀ ਅਨੁਸਾਰ ਕੋਲਾ ਸਾਡੀ ਬੇਅੰਤਾਂ ਦੀ ਉਪਜਾਈ ਬਿਜਲੀ ਦਾ ਆਧਾਰ ਹੋਣਾ ਚਾਹੀਦਾ ਹੈ। ਨਾ ਸਾਨੂੰ ਕਿਸੇ ਅੱਗੇ ਹੱਥ ਟੱਡਣਾ ਪਊ ਅਤੇ ਨਾ ਹੀ ਤਾਪ ਬਿਜਲੀ ਘਰ ਬਣਾਉਂਦਿਆਂ ਚਲਾਉਂਦਿਆਂ ਕੋਈ ਦੇਰ ਲੱਗਣੀ ਹੈ। ਭੂਗੋਲਿਕ ਤਪਾਈ ਦਾ ਡਰਾਮਾ ਸਰਾਸਰ ਫਰੇਬ ਹੈ। ਹਰ ਪਾਸੇ ਵੱਧ ਰਹੀਆਂ ਸੱਚਮੁੱਚ ਦੀਆਂ ਸਰਦੀਆਂ ਨੇ ਕਾਗਜ਼ੀ, ਫਿਲਮੀ ਅਤੇ ਪ੍ਰਚਾਰੀ ਵੱਧ ਰਹੀ ਗਰਮੀ ਦੇ ਝੂਠੇ ਪ੍ਰਚਾਰ ਨੂੰ ਕਰਾਰੀ ਸੱਟ ਮਾਰੀ। ਇਹ ਸਮਾਂ ਧੀਰਜ ਨਾਲ ਸਮਝ, ਵਿਚਾਰ ਅਤੇ ਪੜਚੋਲ ਕਰਨ ਵਾਲਾ ਹੈ। ਜੇ ਅਸੀਂ ਬਾਹਰਲਿਆਂ ਦੇ ਭੁਲਚਲਾਵਿਆਂ ਵਿੱਚ ਆ ਕੇ ਢਲਵਾਨੀ ਤਿਲਕ ਦੇ ਸੜਕ ਉੱਤੇ ਬਿਨਾਂ ਅਹਤਿਆਤ ਦੇ ਚੱਲ ਪਏ ਤਾਂ ਹੋਸ਼ ਆਉਣ ਤੱਕ ਬੜੀ ਦੇਰ ਹੋ ਜਾਵੇਗੀ। ਸ਼ਕਤੀ ਦੀ ਤਾਂ ਡਾਢੀ ਲੋੜ ਹੈ, ਪਰ ਉਹ ਸਾਨੂੰ ਰਾਸ ਤਾਂ ਆਵੇਗੀ ਜੇ ਹਰ ਪਹਿਲੂ ਤੋਂ ਸਦਾ ਲਈ ਸਾਡੇ ਆਪਣੇ ਹੀ ਕਾਬੂ ਵਿੱਚ ਰਹੇ। ਕਿਤਾਬ ਸੱਚ ਦੀ ਭਾਲ ਵਿੱਚ ਲੇਖਕ ਡਾਕਟਰ ਦਲਜੀਤ ਸਿੰਘ, ਭਾਗ 20ਵਾਂ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਗਰੁੱਪ ਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।